मॉर्निंग, आदाब, सत श्री अकाल अमृतसर। तुसी सुन रहे हो 98.3 मिर्ची ते मैं हां तुहाडा अपना परवेज। ਮੈਨੂੰ ਗੱਲ ਦੱਸੋ ਤੁਹਾਡੇ ਦਿਨ ਦੀ ਸ਼ੁਰੂਆਤ ਕਿਦਾਂ ਹੁੰਦੀ ਹੈ? ਕੁਲਚਿਆਂ ਦੇ ਨਾਲ ਕਮਾਲ ਹੈ। ਅੰਮ੍ਰਿਤਸਰੀ ਤੁਸੀਂ ਸੱਚੀ ਮਤਲਬ ਖੁਦ ਬੜੇ ਜੈਨੂਨ ਬੰਦੇ ਹੋ। ਜਦੋਂ ਕਦੀ ਕਿਸੇ ਨਾਲ ਕਹਿੰਦੇ ਨੇ ਨਾ ਪਿਆਰ ਪਾਈਦਾ, ਮੇਰਾ ਡੋਰਾ ਰੱਖਣਾ ਚਾਹੀਦਾ ਤੇ ਤੁਸੀਂ ਸਿਰਫ ਪਿਆਰ ਪਾਇਆ ਹੋਇਆ ਹੈ। चल पासा मैडम तुसी इत्थे बैठो ये सारे दे ना के भी नहीं आए मैं तो डियो ला के आया बैग में ले लेना तुसी बैठो बकवास कर देने मेरी सवारी हैगी है ए किदा सामान है ये तोड़ा नहीं है मैं सामान लेके नहीं हूं पापा जी मेरा सामान चोरी कर रहे हैं? नहीं चोरी नहीं करे मैनू लगे मैडम का सामान है आपको कितने जाना है मैं गुरु बाजार जाना है। तुसी गुरु बाजार जाना है गुरु बाजार आओ जी बैठो जी मैडम जी थोड़ा थल्ले खिसक जाइए थोड़े नाल कंपनी हो जाएगी और मेरे 20 रुपए बढ़ जाएंगे एक्सक्यूज मी मैं कल्ले जाना है चलना है तो चल नहीं तो मैं कोई और रिक्शा ले लूंगी ओ पापा जी तुसी कोई और रिक्शा पकड़ लो जी कोई भी ले जाओ मैंने सवेरे सवेरे पंगा नहीं चाहिए ओके जी मम्मा नहीं मैं ऑफिस चंडीगढ़ नहीं पता चल अरे मैडम वो उत्थे मुंडे खेल रहे हैं उन्हें तो पूछ लो लाओ जी मैच हो गया जे फसवा ते ओवर 4 है जे 10वां तू तो परा के बैठा खसमा ना कहीं आया मुश्क मारी जाना है लाओ जी सानू मैच जितनी चाहिए जी 2 बॉलों में 6 रन इधर बॉल तैयार कराउं ते खड़ा है जी गरीबां दा मलिंगा बॉलर ने बॉल छुट्टी बैट्समैन ने बैट घुमाया बॉल हवा च जान दी है बैट्समैन जिन्नी देर भज गया ਮੈਨੂੰ ਲੱਗਦਾ ਨੇ ਬੱਟ ਵੀ ਟੱਪ ਜਾਣਾ ਹੈ ਮੋਟੀ ਤੇ ਛੋਟੀ ਬॉल ਫੜ ਲਈ ਤਿਆਰ ਨੇ ਦੋਵੇਂ ਆਪਸ ਚ ਐ ਵੱਜੇ ਨੇ ਜਿਵੇਂ ਸਰਕਾਰੀ ਬੱਸਾਂ ਵੱਜਦੀਆਂ ਨੇ एक्सक्यूज मी ਤੁਸੀਂ ਪਲੀਜ਼ ਆ ਘਰ ਦਾ ਐਡਰੈਸ ਦੱਸੋਗੇ 36 24 36 बड़ा किसी ने कटरीना कैफ दी फिगर वर्गा घर बनाया जी ਸੌਰੀ ਸੂਟ ਦਾ ਨਾਪ ਆ ਗਿਆ ਸੀ ਇੱਕ ਮਿੰਟ ਹਾਂ ਐਡਰੈਸ तू चंडीगढ़ ਤੋਂ ਆਇਆ ਜੀ ਹਾਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਆ ਨਾਈਟ ਕਲੱਬ ਵਾਲੇ ਕਾਰਡ ਜਿਹਦੇ ਉੱਤੇ ਐਡਰੈਸ ਲਿਖ ਫਿਰਦੇ ਹੋ ਇੰਨੀਆਂ ਚੱਕਵੀਆਂ ਕੁੜੀਆਂ ਚੰਡੀਗੜ੍ਹ ਦੀਆਂ ਹੋ ਸਕਦੀਆਂ ਜਿਹੜੀਆਂ ਨਾਈਟ ਕਲੱਬਾਂ 'ਚ ਜਾਂਦੀਆਂ ਕਿਉਂ ਇੱਥੇ ਦੀਆਂ ਨਹੀਂ ਜਾਂਦੀਆਂ ਆ ਇੱਥੇ ਤਾਂ ਮੁੰਡੇ ਵੀ ਨਹੀਂ ਜਾਂਦੇ ਜੀ ਕਿਉਂ ਸੰਸਕਾਰ ਅਸੀਂ ਦਿਨੇ ਦਿਨੇ ਜਾਈਦਾ ਬਕਵਾਸ ਸਾਈ ਮੈਨੂੰ ਅੰਮ੍ਰਿਤਸਰ ਨਹੀਂ ਪਸੰਦ ਐਨੀਵੇ ਕੀ ਕਮੀ ਆ ਜੀ ਸਾਡੇ ਅੰਮ੍ਰਿਤਸਰ ਦੇ ਵਿੱਚ ਇੰਨਾ ਸੋਹਣਾ ਸ਼ਹਿਰ ਹੈ ਜੀ ਦੁਨੀਆ ਆਉਂਦੀ ਆ ਦੇਖਣ ਲਈ ਇਹਨੂੰ ਨਹੀਂ ਉਹ ਤਾਂ ਹੈ ਤੁਸੀਂ ਪਲੀਜ਼ ਮੈਨੂੰ ਐਡਰੈਸ ਦੱਸੋਗੇ ਚਬੂਤਰੇ ਵਾਲੀ ਗਲੀ ਕਿੱਥੇ ਆ ਚਬੂਤਰਾ ਨਹੀਂ ਜੀ ਚੌਂਕ ਚਬੂਤਰਾ ਹਾਂਜੀ ਉਹੀ ਤੁਸੀਂ ਦੱਸ ਦੋਗੇ ਕਿੱਥੇ ਤੁਸੀਂ ਗਵਾਚ ਜਾਓਗੇ ਗਲੀਆਂ 'ਚ ਮੈਂ ਛੱਡਿਓ ਨਾ ਨੋ ਥੈਂਕ ਯੂ ਤੁਸੀਂ ਪਲੀਜ਼ ਮੈਨੂੰ ਦੱਸ ਦੋ ਕਿ ਰਸਤਾ ਕਿੱਥੇ ਉੱਥੇ ਗਲੀਆਂ 'ਚ ਕੁੱਤੇ ਬਹੁਤ ਹੁੰਦੇ ਆ ਜੀ ਵੱਢਦੇ ਨੇ ਤੁਸੀਂ ਪੱਪੀਆਂ ਲੈਣ ਵਾਲੇ ਕੁੱਤੇ ਸੁਣਿਆ ਜੀ ਕਦੀ ਵੱਢਣਾ ਕੰਮ ਹੈ ਉਹਨਾਂ ਦਾ ਵੱਢਣਗੇ ਹੀ ਆਓ ਛੱਡਿਓ ਨਾ ਆਈਲ ਮੈਨੇਜ ਤੁਸੀਂ ਪਲੀਜ਼ ਮੈਨੂੰ ਰਸਤਾ ਦੱਸ ਦਿਓ ਮੈਂ ਚਲੀ ਜਾਵਾਂਗੀ ਆਓ ਸਿੱਧੇ ਜਾਓ ਜੀ ਤੁਹਾਨੂੰ ਮਿਲੂਗਾ ਜੀ ਭੋਲਾ ਰਬੜੀ ਵਾਲਾ ਉੱਥੋਂ ਬਿਲਕੁਲ ਖੱਬੇ ਹੋ ਲਿਓ ਖੱਬੇ ਹੁੰਦੇ ਸਾਰੀ ਤੁਹਾਨੂੰ ਮਿਲੂਗਾ ਨਾਟਾ ਗੋਲਗੱਪਿਆਂ ਵਾਲਾ ਨਾਟੇ ਗੋਲਗੱਪਿਆਂ ਵਾਲੇ ਦੇ ਬਿਲਕੁਲ ਰਾਈਟ ਹੈਂਡ ਸਾਈਡ ਜਿਹੜੀ ਗਲੀ ਮੁੜਦੀ ਆ ਉਹਦੇ 'ਚ ਹੈਗਾ ਨੱਥਾ ਗੋਲ ਪਾਪੜੀ ਵਾਲਾ ਨੱਥੇ ਗੋਲ ਪਾਪੜੀ ਵਾਲੇ ਤੋਂ ਖੱਬੇ ਮੁੜਦੇ ਨਾਲ ਹੀ ਤੁਹਾਨੂੰ ਮਿਲੂਗਾ ਕਲਾਸ਼ ਜਲੇਬੀਆਂ ਵਾਲਾ ਕਲਾਸ਼ ਜਲੇਬੀਆਂ ਵਾਲੇ ਤੋਂ ਸਿਰਫ 20-25 ਕਦਮਾਂ ਉੱਤੇ ਖਲੋਤਾ ਹੋਊਗਾ ਜੀ ਫਲੂਦੇ ਵਾਲਾ ਖੁਰਾਨਾ ਉੱਥੋਂ ਚੌਕ ਚਬੂਤਰਾ ਸ਼ੁਰੂ ਹੋ ਜਾਂਦਾ ਇਹ ਕਿਹੋ ਜਿਹਾ ਰਸਤਾ ਖਾਂਦੇ ਪੀਂਦੇ ਸ਼ਹਿਰ ਦਾ ਰਸਤਾ ਹੈ ਜੀ ਆ ਵੈਸੇ ਤੁਸੀਂ ਨਾਂ ਕੀ ਦੱਸਿਆ ਸੀ ਮੈਂ ਆਪਣਾ ਨਾਂ ਦੱਸਿਆ ਨਹੀਂ ਥੈਂਕ ਯੂ ਚਲੋ ਚਲੋ ਆਊਟ ਨਹੀਂ ਆ ਮੈਂ ਰਿਫਰੈਸ਼ਮੈਂਟ ਬ੍ਰੇਕ ਸੀ ਕਰਾਓ ਬਾਲਾ ਇਹਦਾ ਤੇ ਕੰਮ ਹੀ ਆ ਰੋਂਦੀ ਪਿੱਟਣਾ ਚਲੋ ਆਜੋ 2 ਬੋਲਾਂ ਰਹਿ ਗਈਆਂ ਆਪਾਂ ਜਿੱਤ ਜਾਣਾ सुनते रहो इंडिया दा नंबर 1 रेडियो स्टेशन 98.3 मिर्ची मिर्ची सुनने वाले ऑलवेज खुश मुड़ के ਤਾਂ ਵੇਖ ਸੋਹਣੀਏ ਮੁੰਡਾ ਹਰ ਨਾ ਮੈਨੂੰ ਕਰਦਾ बदतमीजी कर रहे नहीं जी बदतमीजी नहीं कर रहे छेड़ नहीं रहे आ गाना बढ़िया साइड ते करन लइए शट अप
हेलो हाँ जी मम्मा मैं ऑफिस नहीं मम्मा मैं क्लाइंट नाल बैठी चंडीगढ़ ऑफिस च मम्मा क्लाइंट नाल बैठी अरे बीबी जी ਇੱਥੇ ਆਏ ਹੋ ਤੇ ਬਾਗਾ ਬਾਰਡਰ ਜ਼ਰੂਰ ਜਾਣਾ मैं फोन कर दी मम्मा दिमाग खराब है पता नहीं लगता मैं फोन ते ਇੱਥੇ ਅੰਮ੍ਰਿਤਸਰ ਚ ਸਾਰਿਆਂ ਦਾ ਦਿਮਾਗ ਪੁੱਠਾ ਮੈਨੂੰ ਲੱਗਦਾ ਵੇਲੇ ਚ ਨਾ ਹੋਇਆ ਤਾਂ ओए मैडम अम्बरसर के बारे में गलत गल नहीं सुनेंगे हम सीधे सच्चे अम्बरसरिये हैं आपकी तरह झूठे नहीं है हो अम्बरसर में बोल रही हो चंडीगढ़ में ਕੀ ਦੱਸਾਂ ਮੈਂ ਤੈਨੂੰ दसो ਜੇ ਮੈਂ ਆਪਣੀ ਆਈ ਤੇ ਆ ਗਈ ਨਾ ਤੈਨੂੰ ਬੰਦਾ ਬਣਾ ਦੂੰਗੀ ਮੈਂ जगह तेरी टाइम तेरा डांग मेरी बहन तेरा आगे तक सुनिए होगा तू रुक पाजी बुला ले पाजी 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 ओ बंदा मैनू बदतमीजी कर रहा मेरे नाल पाजल 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 कड्डो की ओ बंदा पाजल 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 ए ए बदतमीज अंकल 302 किथे 302 301 ਦੇ ਨਾਲ थैंक यू भैया 302 किथे हैं पता नहीं जी ਆ ਕੌਣ ਹੈ ਵੇਖੀ ਵੇਖੀ ਜੀ ਲੱਗਦੀ ਆ ਨਾ ਭੈਣ ਜੀ ਜਦੋਂ ਤੱਕ ਤੇਰੇ ਮੁੰਡੇ ਦਾ ਰਿਸ਼ਤਾ ਨਹੀਂ ਨਾ ਹੁੰਦਾ ਐਂ ਹੀ ਭੁਲੇਖੇ ਪੈਣਗੇ सत श्री अकाल जी राजवीर ਦਾ ਘਰ ਕਿੱਥੇ ਹੈ ਕਿਹੜਾ ਰਾਜਵੀਰ ਜਿਹੜਾ ਕੁੜੀ ਲੈ ਕੇ ਭੱਜ ਗਿਆ ਸੀ ਨਾ ਨਾ ਭੈਣ ਜੀ ਇਹ ਤਾਂ ਉਹ ਰਾਜਵੀਰ ਦੀ ਗੱਲ ਕਰਦੀ ਹੈ ਜਿਹਦੇ ਨਾਲ ਤੇਰੀ ਕੁੜੀ ਭੱਜਣ ਨੂੰ ਫਿਰਦੀ ਸੀ ਭੈਣ ਜੀ ਹਾਂਜੀ ਜੁੱਤੀਆਂ ਨਾ ਖਾ ਲਿਓ ਮੇਥੋਂ ओ आंटी आंटी 302 ਆ ਰਿਹਾ अच्छा थैंक यू काके राजवीर ਦਾ ਘਰ ਕਿੱਥੇ ਆ ਮੈਨੂੰ ਹੀ ਸਮਝ ਲਓ ਖੋਤਾ ਆ ਭੈਣਾ ਤੇਰੇ ਸਿਰ 'ਚ ਤੇ ਸਿੱਕਰੀ ਬੜੀ ਆ ਯੂ ਮੀਨ ਡੈਂਡਰਫ ਨੀ ਐਡੀ ਮਾਡਰਨ ਨਾ ਬਣ ਸਿਰ 'ਚ ਤੇ ਵੇਖ ਕਾਲੀਆਂ ਕੱਟੀਆਂ ਨੇ ਕਿੱਦਾਂ ਸਤਿ ਸ਼੍ਰੀ ਅਕਾਲ ਰੇਲ ਜੀ। ਬਣਾਈ ਆ ਉਹ ਰਾਜਵੀਰ ਦਾ ਘਰ ਕਿੱਥੇ ਆ ਹਾਂ ਵੇਖ ਜਿਹਨੂੰ ਜਿੰਦਰਾ ਵੱਜਾ ਆ ਅੱਛਾ ਕਦੋਂ ਵਾਪਸ ਆਉਣਾ ਤੂੰ ਵੀ ਪੈਸੇ ਲੈਣੇ ਆ ਨਾ ਤੂੰ ਨਹੀਂ ਮੈਂ ਕਿਸੇ ਕੰਮ ਤੋਂ ਆਈ ਹਾਂ ਲੈ ਉਹ ਆਪ ਤਾਂ ਕੋਈ ਕੰਮ ਨਹੀਂ ਕਰਦੇ ਤੈਨੂੰ ਕੀ ਕੰਮ ਪੈ ਗਿਆ ਉਹਨਾਂ ਨਾਲ ਉਹਦੀ ਫਰੈਂਡ ਆ ਨਹੀਂ ਗਰਲਫ੍ਰੈਂਡ ਆ ਨਹੀਂ ਫੇ ਤੂੰ ਕਿਤੇ ਰਿਸ਼ਤੇ ਬਾਰੇ ਨਹੀਂ ਸੋਚੀ ਬੈਠੀ ਉਹਦੇ ਨਾਲ ਨਹੀਂ ਮੈਂ ਸੋਚੀ ਵੀ ਨਾ ਇਸ ਮਹੱਲੇ 'ਚ ਵਿਆਹ ਕੇ ਆਈ ਕੁੜੀ ਦੀ ਨਾ ਜੂਨ ਹੀ ਮਾੜੀ ਐ ਅਸੀਂ ਵੀ ਤੇਰੇ ਵਾਂਗ ਹੁੰਦੀਆਂ ਸੀ ਬਰੀਕ ਬਰੀਕ ਜੀਆਂ ਕੋਈ ਮਿਸ ਲੁਧਿਆਣਾ ਕੋਈ ਮਿਸ ਪਟਿਆਲਾ ਕੋਈ ਮਿਸ ਗਿੱਦੜਬਾਹਾ ਆ ਹੁਣ ਵੇਖ ਲੈ ਸਾਰੀਆਂ ਹੀ ਮਿਸ ਮਾਰਦੀਆਂ ਕੋਈ ਗੱਲ ਨਹੀਂ ਜੀ ਨਹੀਂ ਕਿਉਂ ਭਜਾਤੀ ਤੂੰ ਨੀ ਚੰਗਾ ਹੀ ਕੀਤਾ ਭਜਾਤੀ ਜੇ ਐਡੀ ਸੋਹਣੀ ਕੁੜੀ ਮਹੱਲੇ 'ਚ ਵਿਆਹ ਕੇ ਆ ਜਾਂਦੀ ਅਸੀਂ ਤੇ ਸਾਰੀਆਂ ਨੇ ਉਹਦੇ ਸਾਹਮਣੇ ਪੈੜੀਆਂ ਲੱਗਣਾ ਸੀ ਬਾਊ ਜੀ ਅੱਜ ਜਰਾ ਫੋਨ ਦੇ ਆਪਣਾ ਮੈਂ ਘਰੇ ਕਹਿਣਾ ਕਿ ਅੱਜ ਰੋਟੀ ਨਹੀਂ ਖਾਣੀ ਉਹ ਜੇ ਬਣ ਗਈ ਤਾਂ ਸਾਡੇ ਵੱਲ ਭੇਜ ਦੀ ਤੇ ਤੂੰ ਮੇਰੇ ਫੋਨ ਦਾ ਬੈਲੈਂਸ ਘੱਟ ਨਾ ਕਰਿਆ ਕਰ ਤੇ ਚੱਲ ਕੰਮ ਕਰ ਜਾ ਕੇ ਇੱਥੇ ਪੀਸੀਓ ਹੈ ਹਾਂਜੀ ਪੀਸੀਓ ਨਹੀਂ ਜੀ ਪੀਸੀਓ ਤਾਂ ਨਹੀਂ ਆ ਜੀ ਮੈਂ ਤੁਹਾਡਾ ਫੋਨ ਯੂਜ਼ ਕਰ ਸਕਦੀ ਹਾਂ ਮੇਰਾ ਫੋਨ ਨਾ ਰਿਕਸ਼ਾ 'ਚ ਰਹਿ ਗਿਆ ਕਿਉਂ ਨਹੀਂ ਜੀ ਹੈਲੋ ਜੀ ਥੈਂਕ ਯੂ ਓਏ ਆ ਕੀ ਕੀਤਾ ਜੀ
ਹੱਥੋਂ ਡੇਗੀ ਮੈਂ ਕੀ ਕਰਾਂ? ਹੱਥ ਉੱਤੇ ਤੇਰੇ ਨਹੀਂ ਪਤਾ ਲੱਗਾ ਮੈਂ ਕਿਹੜਾ ਜਾਣ ਕੇ ਸੁੱਟੀ ਆ। सिर उतो लंगन फ्लाई करके ਉੱਚੀਆਂ ਨੇ ਗੱਲਾਂ ਤੇਰੇ ਯਾਰ। ਰੋਕ ਓਕੇ ਓਕੇ ਰੋਕ ਰਕਸ਼ਾ ਰੋਕਦਾ ਕੀ ਹੋਇਆ? ਆਏ ਹਾਏ ਵੇ ਆ ਤੇ ਅਚਾਨਕ ਹੀ ਕੰਬਣ ਡੇ ਪਿਆ ਤੇਰਾ ਰਕਸ਼ਾ ਇਹਦੇ ਵਿੱਚ ਕੁਝ ਹੈਗਾ। ਕੰਬਨ ਕਿੱਥੇ ਰਿਹਾ? ਤੁਹਾਡੇ ਵਜਨ ਤੋਂ ਕਮ ਰਿਹਾ ਔਰ ਇਸ ਵਿੱਚ ਮਾਤਾ ਥੋੜੀ ਆ ਗਈ। ਵੇ ਤੇਰੇ ਕਹਿਣ ਦਾ ਕੀ ਮਤਲਬ ਹੈ? ਕਹਿਣ ਕੀ ਡਿਆ ਤੂੰ ਵੀ ਮੈਂ ਮੋਟੀ ਆ ਮੈਂ? मेरे कहने का मतलब है कि शुक्र करो सरकार का जी चौकियां चुंगियां बंद करा दी, नहीं तो हर चौक पे चुंगी चुकानी पड़ती। तेरा बह जे सियापा हो जे तेरा है मजाक उड़ाना मेरा। तेरे रक्षे दा टायर फट जे वे तू कख किसे दा ना रवे तेरी जान लथ जवे वे तेरा तू डोबी जावे। जा दफा हो जाके किते। ਬਾਹੂ ਜੀ ਤੁਹਾਡੇ ਸਿਰ ਵਰਗੀ ਗੋਲ ਜੀ ਗੇਂਦ ਲੈ ਕੇ ਚੱਲਿਆ ਮੈਂ। ਉਹ ਕਾਕਾ ਜੀ ਇੱਕ ਬਾਲ ਪਹਿਲਾਂ ਵੀ ਲੈ ਗਏ ਸੀ। ਉਹ ਤਾਂ ਖਾ ਗਿਆ ਮੈਂ। ਹੈ ਬਾਹੂ ਤੁਹਾਡੀਆਂ ਵਿਕਣ ਡੀਆਂ ਤੁਹਾਨੂੰ ਤਾਂ ਮੌਜਾਂ ਨੇ ਕਿਉਂ ਜੀ? ਉਹ ਕਾਕਾ ਪਹਿਲੀ ਬਾਲ ਦੇ ਪੈਸੇ ਦੇ ਕੇ ਜਾ। ਮੈਂ ਕਿਤੇ ਬਾਹਰ ਚੱਲਿਆ ਵਾਂ। ਹਾਏ ਦੇ ਜਿੰਨੇ ਗੁੰਦੇ ਸੀ ਜਦੋਂ ਦੇ ਤੁਹਾਡੇ ਕੋਲ ਆਉਂਦੇ ਆ ਬਟੂਆ ਭੁੱਲਿਆ ਆ। हेलो हाँ सिमी सुन जे मम्मी का कॉल आया ना तो कहती कि मैं चंडीगढ़ ऑफिस जा। अच्छा नाले आ भी कहती कि अद्धे घंटे पहले तो मैंने मिली सी। मैं अंबरसर आई जेड़ा मुंडा मम्मी ते पापा ने पसंद किया सी उन्हें मना करन आई। ਅੰਬਰਸਰ ਮੁੰਡਾ ਇਹ ਚੱਲ ਕੀ ਰਿਹਾ ਰੀ? ਤੂੰ ਪਹਿਲਾਂ ਮੈਨੂੰ ਪੂਰੀ ਗੱਲ ਦੱਸ। यार वो बहुत लंबी गल है तू मेरी गल सुन। मेरा ना फोन रिक्शा च रह गया ते मुंडे दा नंबर उसी फोन च सी। किसी भी तरह मेरे घर दे तो ओदा नंबर लेके अपने कोल रखी ते मैं तन्नू थोड़ी देर च कॉल कर दी चलूगा? ओके एक तो होर ना ले थैंक यू जी। ਪਹਿਲੀ ਬਾਲ ਦੇ ਪੈਸੇ ਦਿੱਤੇ ਨਹੀਂ। तू इथे ਮੈਂ ਕਦੋਂ ਕਿਹਾ ਜੀ ਆਪਾਂ ਦੁਬਾਰਾ ਨਹੀਂ ਮਿਲਣਾ। ਅਬ ਤੁਹਾਨੂੰ ਐਡਰੈਸ ਮਿਲ ਗਿਆ ਜੀ? ਉਹ हाँ मिल गया। बहुत माड़ा हाल सी मोहल्ले दा। ਅੱਛਾ ਜੀ ਫਿਰ ਕਿਸੇ ਹੋਰ ਮਹੱਲੇ ਚਲੇ ਜਾਣਾ ਸੀ? मैं घर किराए ते लेना आई सी मिलन आई सी मैं किसी ਨੂੰ। पागल करता है लोगों ने वेरी वियर्ड पीपल। गल करन दी अक्ल ही नहीं सी। ਲੈ ਜੇ ਗੱਲਾਂ ਹੀ ਕਰਨੀਆਂ ਸੀ ਤੇ ਜੀ ਮੇਰੇ ਨਾਲ ਕਰ ਲੈਂਦੇ। ਇੰਨੀ ਦੂਰ ਜਾਣ ਦੀ ਕੀ ਲੋੜ ਸੀ? हाँ शट अप। ਮਾਈਂਡ ਕਰ ਗਏ। किन्ना बोलदा है तू? की खाना है? ਅੰਬਰਸਰੀ ਕੁਲਚੇ ਖਾਓਗੇ? नो थैंक्स। अच्छा ਇੱਥੇ ਕੋਈ ਇੱਕ ਅੱਧੀ ਕਾਫੀ ਸ਼ਾਪ ਆ? ਇੱਕ ਅੱਧੀ? ਉਹ ਪੰਜ ਤਾਂ ਹੱਡੀਆਂ ਨੇ ਜੀ। ਇੱਥੇ ਤਾਂ 150 ਕਾਫੀ ਸ਼ਾਪ ਹੈ। ਮੈਨੂੰ ਤਾਂ ਨਹੀਂ ਦੇਖੀ। ਚੰਡੀਗੜ੍ਹ ਮਹੱਲਿਆਂ ਚ ਹੁੰਦੀਆਂ ਜੀ ਕਾਫੀ ਸ਼ਾਪਾਂ। ਬਾਹਰ ਨਿਕਲੋ ਗਿੜਾ ਛੜਾ ਦਓ ਜੀ ਤਾਂ ਦੇਖਣਗੀਆਂ। ਅੱਛਾ ਦੱਸ ਕਿੱਥੇ ਆ? ਤੁਸੀਂ ਉਹ ਸਾਹਮਣੇ ਉੱਥੋਂ ਟੱਕਣ ਹਲਵਾਈ ਨੂੰ ਖੱਬੇ ਹੋ ਜਿਓ। ਨਹੀਂ ਵਾਪਸ ਆਓ। ਤੁਸੀਂ ਕਨਫਿਊਜ਼ ਹੋ ਜਾਣਾ। ਛੋਟੂ ਕਿੰਨੂੰ ਗਿਆ ਈ ਓਏ? ਐਂ ਕਰ ਵੀਰੇ ਬਣ ਕੇ ਆ ਮੈਡਮ ਨੂੰ ਉੱਥੇ ਤੱਕ ਛੱਡਿਆ। ਅਫੀਨੀ ਜੀ ਮੇਰੀ ਮਾਸੀ ਦੀ ਕੁੜੀ ਲੱਗਦੀ ਆ। ਕੁੜੀ ਵੇਖੀ ਨਹੀਂ ਯਾਰਾਂ ਨੌਕਰ ਸਮਝ ਲੈਂਦੇ ਆ। ਆ ਫੜ ਆਪਣਾ ਫੋਨ ਆਪੇ ਛੱਡਿਆ ਮੈਂ ਚੱਲਿਆ। ਲਓ ਦੱਸੋ ਮੇਰੀ ਡਿਊਟੀ ਲਾ ਗਿਆ। ਚਲੋ ਮੈਂ ਮੁੜ ਕੇ ਵੀ ਆਉਣਾ ਵਾ। नो थैंक्स मैं आपे चली जाऊंगी। ऑटो नहीं जी नहीं भैया एक मिनट। ਮੈਂ ਛੱਡ ਦੇਣਾ ਜੀ। ਆਓ। नो थैंक्स मैं चली जाऊंगी। ਮੈਂ ਕਦੋਂ ਕਿਹਾ ਜੀ ਤੁਸੀਂ ਜਾ ਨਹੀਂ ਸਕਦੇ ਹੈਗੇ। ਇਹ ਤਾਂ ਸਾਡੇ ਅੰਮ੍ਰਿਤਸਰ ਵਾਲਿਆਂ ਦੇ ਸੰਸਕਾਰ ਨੇ। ਅਸੀਂ ਸਭ ਦੇ ਕੰਮ ਆਉਂਦੇ ਆ। ਤੁਸੀਂ ਮੇਰੇ ਨਾਲ ਫਲਰਟ ਕਰ ਰਹੇ ਹੋ? ਹੈਲੋ ਮੈਂ ਇਹ ਜਿਹਾ ਨਹੀਂ ਜਾਂ ਤੁਸੀਂ ਮੈਨੂੰ ਸਮਝ ਰਹੇ ਹੋ। ਮੈਂ ਤਾਂ ਤੁਹਾਨੂੰ ਕੁਝ ਸਮਝ ਹੀ ਨਹੀਂ ਰਹੀ। ਫਿਰ ਮੈਂ ਹੀ ਪਾਗਲ ਆ ਜਿਹੜਾ ਕੁੜੀ ਦੀ ਇੰਨੀ ਟੈਨਸ਼ਨ ਲਈ ਫਿਰਦਾ ਵੀ ਵਿਚਾਰੀ ਧੁੱਪ ਦੇ ਵਿੱਚ ਕਿੱਥੇ ਕਾਫੀ ਸ਼ਾਪ ਲੱਭਦੀ ਫਿਰੂ। ਇੱਥੇ ਕੋਈ ਕੈਬਸ ਚੱਲਦੀਆਂ ਨੇ? ਇੱਥੇ ਤਾਂ ਆਟੋ ਵੀ ਇੱਕ ਦਿਨ ਛੱਡ ਕੇ ਚੱਲਦਾ ਜੀ। ਵੈਸੇ ਇਸ ਵੇਲੇ ਤਾਂ ਤੁਹਾਨੂੰ ਕੁਝ ਵੀ ਨਹੀਂ ਮਿਲਣਾ। ਖਾਨਦਾਨੀ ਮੁੰਡਾ ਜੀ ਜਿਵੇਂ ਬਾਹੂ ਉਵੇਂ ਹੀ ਲਾਉਂ। ਆਜੋ ਆਜੋ ਬੈਜੋ ਬੈਜੋ। चलिए जी। ਇੱਥੇ ਪਿੱਛੇ ਵਾਲੇ ਹੈਲਮਟ ਨਹੀਂ ਪਾਉਂਦੇ? ਇੱਥੇ ਤਾਂ ਅੱਗੇ ਵਾਲੇ ਵੀ ਨਹੀਂ ਪਾਉਂਦੇ ਜੀ।
ਥੈਂਕ ਯੂ 6 ਸਾਲ ਪਹਿਲਾਂ ਨਾ ਮੇਰੇ ਪਾਪਾ ਜੀ ਨੂੰ ਕਿਸੇ ਨੇ ਸੜਕ ਪਾਰ ਕਰਾਈ ਸੀ। ਅਸੀਂ ਹਰ ਦੀਵਾਲੀ ਤੇ ਉਹਨਾਂ ਦੇ ਘਰੇ ਮਠਿਆਈ ਦਾ ਡੱਬਾ ਭੇਜਦੇ ਆ ਤੇ ਚੰਡੀਗੜ੍ਹ ਵਾਲੇ ਇੰਨੇ ਕੋਰੇ ਵੀ ਫੋਕਾ ਹੀ ਥੈਂਕ ਯੂ। ਨਹੀਂ ਹੁਣ ਮੈਂ ਤੈਨੂੰ ਡੱਬਾ ਲੈ ਕੇ ਦੇਵਾਂ? ਨਾ ਜੀ, ਬੰਦਾ ਘੱਟੋ ਘੱਟ ਪਾਣੀ ਤਾਂ ਪੁੱਛ ਸਕਦਾ। ਆਰ ਯੂ ਸ਼ੋਰ? ਹਾਂ। ਨੋ ਆਰ ਯੂ ਸ਼ੋਰ ਕਿ ਤੂੰ ਮੇਰੇ ਨਾਲ ਫਲਰਟ ਨਹੀਂ ਕਰ ਰਿਹਾ? ਲੋ ਕਰ ਲਓ ਗੱਲ। ਓਏ ਆਹੀ ਫਰਕ ਆ ਚੰਡੀਗੜ੍ਹ ਵਾਲਿਆਂ ਤੇ ਅੰਮ੍ਰਿਤਸਰ ਵਾਲਿਆਂ ਦੇ ਵਿੱਚ। ਉਹ ਜਿਹਨੂੰ ਤੁਸੀਂ ਫਲਰਟ ਆਖਣ ਡੇ ਜੇ ਨਾ, ਸਾਡੇ ਉਹਨੂੰ ਸੰਸਕਾਰ ਕਹਿੰਦੇ ਆ। ਭਲਾ ਦੀ ਜੇ ਇਹੀ ਗੱਲ ਤੈਨੂੰ ਕਿਸੇ ਕੁੜੀ ਨੇ ਕਹੀ ਹੁੰਦੀ, ਤੂੰ ਉਹਨੂੰ ਫਲਰਟ ਕਹਿੰਦੀ? ਪਾਣੀ ਇੱਥੇ ਪੀਣਾ ਹੈ ਕਿ ਅੰਦਰ? ਅੰਦਰ ਚੱਲ ਕੇ ਪੀਵਾਂਗੇ ਜੀ। ਖੜੇ ਹੋ ਕੇ ਪਾਣੀ ਪੀਣ ਨੂੰ ਤਾਂ ਡਾਕਟਰ ਵੀ ਮਨਾ ਕਰਦੇ ਆ। ਆਓ ਜੀ ਆਓ, ਆ ਚਾਬੀ ਕੱਢ ਲਿਓ ਮੇਰੇ ਮੋਟਰਸਾਈਕਲ ਦੀ, ਮੈਂ ਭੁੱਲ ਗਿਆ। ਕੱਢ ਲਓ ਵਾਪਸ ਵੀ ਜਾਣਾ, ਨਹੀਂ ਤਾਂ ਧੱਕੇ ਖਾਂਦੇ ਫਿਰੋਂਗੇ। ਦੇਖੀਏ ਕਦੇ ਇਹੋ ਜੀ ਕਾਫੀ ਜਾਓ। ਦੱਸੋ ਜੀ। ਹੈ ਜੀ। ਯੈਸ ਮੈਮ। ਹਾਈ, ਮੇਰੇ ਲਈ ਕਾਫੀ ਲਾਟੇ ਤੇ ਇਹਨਾਂ ਲਈ ਪਾਣੀ ਲਿਆਓ। ਓਕੇ ਮੈਮ। ਹੈਲੋ ਜੀ ਸਰ। ਪਾਣੀ ਨੂੰ ਮੈਂ ਛਬੀਲ ਤੇ ਆਇਆ, ਮੇਰੇ ਲਈ ਵੀ ਇੱਕ ਕਾਫੀ ਤੇ ਸਰ ਨੇ ਕੁਝ ਖਾਣਾ ਵੀ ਹੈ। ਇੱਕ ਗ੍ਰਿਲਡ ਸੈਂਡਵਿਚ ਦੋਨੇ ਪਾਸਿਓਂ ਚੰਗੀ ਤਰ੍ਹਾਂ ਰਾੜ ਕੇ ਤੇ 3 ਪੈਕਟ ਸੌਸ ਦੇ। ਹੁਣ ਬੋਲੋ ਕਿ ਓਕੇ ਸਰ। ਤੁਸੀਂ ਆਪਦੇ ਆਪ ਦੀ ਕਾਫੀ ਰਿਸਪੈਕਟ ਕਰਦੇ ਹੋ। ਨਹੀਂ ਕਰਦਾ ਤਾਂ ਬਾਕੀਆਂ ਦੀ ਵੀ ਆ, ਪਰ ਆਪਣੇ ਆਪ ਦੀ ਥੋੜੀ ਜੀ ਵੱਧ ਕਰਦਾ। ਹਾਂ ਬੋਲੇ ਭਾਜੀ ਉਹ ਕਰਮਜੀਤ ਅਨਮੋਲ ਦੇ ਪੇਜ ਤੇ ਲਾਈਵ ਵਧਾਏ ਸੀ, ਪੈਸੇ ਨਹੀਂ ਆਏ ਉਹਨਾਂ ਦੇ। ਕਿੰਨੇ ਫੋਨ ਕਰ ਲਏ, ਚੱਕਰ ਨਹੀਂ ਉਹ ਯਾਰ ਜਿਵੇਂ ਆਪਾਂ ਜਸਵਿੰਦਰ ਭੱਲੇ ਦਾ ਪੇਜ ਹੈਕ ਕੀਤਾ ਸੀ ਨਾ, ਇਹਦਾ ਵੀ ਕਰ ਲਾ। ਇਹ ਤਾਂ ਡਬਲ ਦੇ ਕੇ ਜਾਊ ਬਤੰਦਰ। ਤੁਸੀਂ ਪਰੇਸ਼ਾਨ ਲੱਗਦੇ ਹੋ ਜੀ। ਮੇਰਾ ਫੋਨ ਖੋ ਗਿਆ, ਜਿਸ ਰਿਕਸ਼ਾ ਚ ਆਈ ਸੀ ਉਹਦੇ ਚ ਰਹਿ ਗਿਆ। ਤੁਸੀਂ ਜਾਣਦੇ ਹੋ ਰਿਕਸ਼ਾ ਵਾਲੇ ਨੂੰ? ਮੈਂ ਤੈਨੂੰ ਰਿਕਸ਼ੇ ਵਾਲਿਆਂ ਦਾ ਯਾਰ ਲੱਗਦਾ? ਯਾਰ ਉਹ ਗੱਲ ਨਹੀਂ ਆ, ਤੁਸੀਂ ਲੋਕਲ ਹੋ ਇਸ ਕਰਕੇ ਪੁੱਛਦੀ ਸੀ। ਹਾਂ ਚੱਲ ਉਹ ਤਾਂ ਪਤਾ ਕਰ ਲਾਂਗੇ, ਪਰ ਤੇਰਾ ਕਿਸ ਤਰ੍ਹਾਂ ਸਬੱਬ ਬਣਿਆ ਇੱਧਰ ਨੂੰ ਆਉਣ ਦਾ? ਤੈਨੂੰ ਦੱਸਣਾ ਜ਼ਰੂਰੀ ਹੈ? ਠੀਕ ਹੈ ਫਿਰ ਆਪਣਾ ਮੋਬਾਈਲ ਆਪੇ ਲੱਭ ਲਈ। ਮੁੰਡਾ ਦੇਖਣ ਆਈ ਸੀ। ਹਾਂ ਕਿਉਂ? ਸਿਰਫ ਮੁੰਡਾ ਕੁੜੀ ਦੇਖਣ ਆ ਸਕਦਾ, ਕੁੜੀ ਮੁੰਡੇ ਨੂੰ ਦੇਖਣ ਨਹੀਂ ਜਾ ਸਕਦੀ? ਫਿਰ ਦੇਖ ਲਿਆ? ਦੱਸਿਆ ਤਾਂ ਸੀ, ਘਰੇ ਲੌਕ ਲੱਗਿਆ ਸੀ। ਤੇ ਉਹਨੂੰ ਫੋਨ ਕਰਕੇ ਇੱਥੇ ਸੱਦ ਲੈਣਾ ਸੀ। ਉਹ ਮੁੰਡੇ ਦਾ ਨੰਬਰ ਫੋਨ 'ਚ ਸੀ ਜਿਹੜਾ ਗਵਾਚ ਗਿਆ। ਹੁਣ ਪਤਾ ਨਹੀਂ ਕਿੰਨੀ ਦੇਰ ਉਡੀਕਣਾ ਪੈਣਾ ਨਾ ਕਰਨ ਲਈ। ਤੈਨੂੰ ਕਿਵੇਂ ਪਤਾ? ਉਹ ਜਦੋਂ ਤੂੰ ਫੋਨ ਤੇ ਗੱਲ ਕਰਨ ਡਈ ਸੀ ਮੈਂ ਸੁਣ ਲਿਆ ਸੀ। ਬਦਤਮੀਜ਼, ਖੜੇ ਹੋ ਕੇ ਦੂਜਿਆਂ ਦੀਆਂ ਗੱਲਾਂ ਸੁਣਦਾ। ਮੈਂ ਤਾਂ ਬਹਿ ਕੇ ਸੁਣ ਲੈਣਾ ਸੀ, ਉੱਥੇ ਕੁਰਸੀ ਹੋਇਆ ਨਹੀਂ ਸੀਗੀ। ਨਾਲੇ ਜਿੰਨਾ ਉੱਚੀ ਤੂੰ ਬੋਲਣ ਡਈ ਸੀ ਸਾਰਿਆਂ ਨੇ ਸੁਣ ਲਿਆ। ਲਿਆ ਵੀ ਲਿਆ। हैशटैग कैपुचिनो हैशटैग पी लो फटाफट। वैसे तू ही मुंडे नूं ना क्यों करनी सीगी? ਤੁਹਾਡਾ ਕਿਤੇ ਹੋਰ ਚੱਕਰ ਚੱਲਣ ਡਿਆ? ਸ਼ਟ ਅਪ। ਨਹੀਂ ਫਿਰ ਵੀ ਕਰਦਿਆਂ ਨੇ ਬਿਨਾਂ ਪੁੱਛੇ ਰਿਸ਼ਤਾ ਤੈਅ ਕਰਤਾ। ਉਹ ਵੀ ਬਾਂਦਰ ਜਿਹਾ, ਫੋਟੋ ਦੇਖ ਕੇ ਹਾਂ ਕਰਤੀ। ਬਾਂਦਰ ਨਾ ਹੋਵੇ ਕਿਸੇ ਦਾ ਹੈ ਨਾ? ਤੁਸੀਂ ਦੱਸੋ, ਮੈਨੂੰ ਨਹੀਂ ਪਤਾ ਕਿ ਮੁੰਡਾ ਕਰਦਾ ਕੀ ਹੈ, ਦਿਖਦਾ ਕਿਵੇਂ ਹੈ, ਸਾਡੀ ਨੇਚਰ ਮੈਚ ਕਰੂਗੀ, ਥਿੰਕਿੰਗ ਮੈਚ ਕਰੂਗੀ, ਕੁਝ ਵੀ ਨਹੀਂ, ਬਸ ਹਾਂ ਕਰਤੀ। ਬਿਲਕੁਲ ਸਹੀ ਕਿਹਾ। ਵਿਆਹ ਕਰਾਉਣ ਦੇ ਲਈ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਆ। ਸੋਚ ਵਿਚਾਰ ਮਿਲਣੇ ਚਾਹੀਦੇ ਆ। ਬਿਲਕੁਲ। ਤੁਸੀਂ ਇੱਕ ਗੱਲ ਨੋਟ ਕੀਤੀ, ਸਾਨੂੰ ਮਿਲਿਆ ਨੂੰ ਹਲੇ ਕੁਝ ਕੁ ਟਾਈਮ ਹੋਇਆ, ਸੋਚ ਵਿਚਾਰ ਮਿਲਣ ਲੱਗੇ। ਜ਼ਿਆਦਾ ਫਰੈਂਕ ਹੋਣ ਦੀ ਕੋਸ਼ਿਸ਼ ਨਾ ਕਰ। ਆਪਣੀ ਕਾਫੀ ਖਤਮ ਕਰ ਤੇ ਘਰੇ ਜਾ। ਮੁੰਡੇ ਦੀ ਆਹੀ ਪ੍ਰੋਬਲਮ ਹੁੰਦੀ ਹੈ, 1 ਮਿੰਟ ਚੱਜ ਨਾਲ ਗੱਲ ਕਰ ਲਓ, ਬਸ ਲਾਈਨ ਮਾਰਨ ਲੱਗ ਪੈਂਦੇ। ਹੈਲੋ, ਚੰਡੀਗੜ੍ਹ ਦੇ ਮੁੰਡੇ ਹੋਣਗੇ ਆ ਕੋ ਕਰਦੇ, ਅੰਮ੍ਰਿਤਸਰੀਏ ਨਹੀਂ। ਨਾਲੇ ਜੇ ਉਹਨੂੰ ਨਾ ਹੀ ਕਰਨੀ ਸੀ ਫੋਨ ਤੇ ਕਰ ਦਿੰਦੀ, ਇੱਥੇ ਆਉਣ ਦੀ ਕੀ ਲੋੜ ਸੀ? ਬਹਿ ਕੇ ਸਮਝਾਉਣਾ ਪੈਣਾ ਸੀ ਉਹਨੂੰ ਕਿ ਰਿਸ਼ਤੇ ਲਈ ਨਾ ਕਰਦੇ। ਮੈਨੂੰ ਵੀ ਕੋਈ ਚਾਹ ਨਹੀਂ ਚੜਿਆ ਸੀ ਅੰਮ੍ਰਿਤਸਰੀਏ ਨੂੰ ਮਿਲਣ ਦਾ। ਅੰਮ੍ਰਿਤਸਰੀਏ ਤੋਂ ਕੀ ਮਤਲਬ? ਅੰਮ੍ਰਿਤਸਰ ਤੋਂ ਆ, ਅੰਮ੍ਰਿਤਸਰੀਆ ਨਹੀਂ। ਪਰ ਇਹਨਾਂ ਡਿਗਰੇਡ ਕਰਕੇ ਕਹਿਣ ਦੀ ਕੀ ਲੋੜ ਆ? ਤੁਹਾਡੇ ਚੰਡੀਗੜ੍ਹ ਦੇ ਮੁੰਡਿਆਂ ਤੋਂ 100 ਗੁਣੇ ਘੈਂਟ ਮੁੰਡੇ ਨੇ ਅੰਮ੍ਰਿਤਸਰ ਦੇ। ਉਹ ਜਾਓ ਜਾਓ, ਤੁਹਾਨੂੰ ਇੱਕ ਲੈਂਗੁਏਜ ਤਾਂ ਠੀਕ ਤਰ੍ਹਾਂ ਬੋਲਣੀ ਨਹੀਂ ਆਉਂਦੀ। ਨੌਂਡਿਆ ਪਿਆ, ਸੌਂਡਿਆ ਪਿਆ, ਕਰੰਡਾ ਪਿਆ, ਡਾਪਿਆ ਡਾਪਿਆ ਡਾਪਿਆ। ਉਹ ਸਾਡੀ ਘੱਟੋ ਘੱਟ ਬੋਲੀ ਸਮਝ ਤਾਂ ਆਉਂਦੀ ਆ, ਤੁਹਾਡੇ ਵਾਂਗੂ ਨਹੀਂ। ਅੰਗਰੇਜ਼ੀ, ਪੰਜਾਬੀ, ਹਿੰਦੀ ਸਾਰਾ ਕੁਝ ਵਿੱਚੇ ਦਬੜੂ ਘੁਸੜੂ। ਕਿਸੇ ਨੂੰ ਪੁੱਛੋ ਨਾ ਪੀਜੀਆਈ ਕਿੱਧਰ ਆ, ਕਹਿਣਗੇ ਉਹ ਰਾਉਂਡ ਅਬਾਊਟ ਸੇ ਖੱਬੇ ਮਾਰਨਾ ਸਿੱਧਾ ਪੀਜੀਆਈ। ਪਤਾ ਨਹੀਂ ਲੱਗਦਾ ਹੈਗਾ ਪੰਜਾਬ ਦੀ ਰਾਜਧਾਨੀ ਆ ਕਿ ਬਿਹਾਰ ਦੀ। ਉਹ ਜੀ ਸਾਡੀ ਬੋਲੀ ਤਾਂ ਇੰਨੀ ਮਿਠਾਸ ਆ ਜੀ, ਕਿਸੇ ਨੂੰ 2 ਗਾਲਾਂ ਕੱਢੋ ਅੱਗਿਓਂ ਅਗਲਾ ਆਖਦਾ ਪਲੀਜ਼ 2 ਹੋਰ ਕੱਢ ਕੇ ਜਾਇਓ। ਕਿਉਂ ਠੀਕ ਕਹਿੰਦੇ ਆ ਨਾ? ਚੰਗਾ ਮੈਂ ਚੱਲਦਾ ਜੀ। ਕਿੱਥੇ? ਤੁਸੀਂ ਆਪ ਹੀ ਤਾਂ ਕਿਹਾ ਸੀਗਾ ਵੀ ਕਾਫੀ ਪੀ ਤੇ ਚੱਲ ਘਰ ਨੂੰ। ਹਾਂ ਮੈਂ ਆਪਣੀ ਕਾਫੀ ਦਾ ਬਿੱਲ ਪੇ ਕਰ ਰਹੀ ਹਾਂ, ਤੂੰ ਆਪਣਾ ਦੇਖ ਲੈ। ਮੈਂ ਪੈਸੇ ਨਹੀਂ ਲੈ ਕੇ ਆਇਆ। ਇੱਧਰ ਉੱਧਰ ਕੀ ਖੜੇ ਜੇ, ਜਿਹੜਾ ਕੰਮ ਕਰਨਾ ਹੈ ਕਰੋ। ਪੈਸੇ ਨਹੀਂ ਲੈ ਕੇ ਆਇਆ ਮਤਲਬ? ਠੀਕ ਹੈ ਫਿਰ ਪਾ ਦੇ ਆਪਣੇ ਇੰਸਟਾਗ੍ਰਾਮ ਤੇ #76 ਪੈਂਡਿਆ, #ਭਾਂਡੇ ਮਾਂਜ ਰਿਹਾ।
ਯਾਰ ਮੇਰੀ ਗੱਲ ਸੁਣ, ਮੈਂ ਸੱਚੀ ਨਹੀਂ ਪੈਸੇ ਲੈ ਕੇ ਆਇਆ ਹੈਗਾ। ਮੈਂ ਤਾਂ ਕ੍ਰਿਕਟ ਖੇਡਦਾ ਇਹਨੂੰ ਆ ਗਿਆ। ਪੈਸੇ ਕੀ ਕਰਨੇ ਸੀਗੇ? ਮੈਂ ਕਿਹੜਾ ਸ਼ਰਤ ਲਾ ਕੇ ਖੇਡਦਾ। ਪਲੀਜ਼ ਦੇ ਦੇਣਾ ਤੂੰ, ਮੈਂ ਤੈਨੂੰ ਬਾਅਦ 'ਚ ਹੀ ਦੇ ਦੂੰਗਾ। ਮੈਂ ਤੇਰਾ ਬਿੱਲ ਕਿਉਂ ਪੇ ਕਰਾਂ? ਯਾਰ ਮੈਂ 15 ਲੱਖ ਦਾ ਮੋਟਰਸਾਈਕਲ ਲੈ ਕੇ ਘੁੰਮਦਾ, ਤੇਰਾ 200 ਰੁਪਇਆ ਮਾਰੂੰਗਾ। ਇਹਦੇ ਚੋਂ ਕੱਟ ਲਈ। ਸੌਰੀ ਮੈਮ, ਤੁਹਾਨੂੰ ਚੇਂਜ ਦੇਣਾ ਪੈਣਾ, ਸਾਡੇ ਕੋਲ ਚੇਂਜ ਹੈ ਨਹੀਂ। ਮੇਰੇ ਕੋਲ ਵੀ ਚੇਂਜ ਨਹੀਂ ਆ। ਫੇਰ ਹੁਣ ਮੈਮ? ਫਿਰ ਹੁਣ ਮਤਲਬ? ਫੇਰ ਹੁਣ ਕੀ? ਐ ਕਰ ਸਾਨੂੰ ਦੱਸ ਵੀ ਭਾਂਡੇ ਮਾਂਜਣ ਵਾਲੀ ਜਗ੍ਹਾ ਕਿੱਥੇ ਆ? ਉਧਰ ਸਰ ਜੀ। ਸ਼ਰਮ ਨਹੀਂ ਆਉਂਦੀ ਤੈਨੂੰ? ਭਾਂਡੇ ਮਾਂਜਣ ਵਾਲੀ ਜਗ੍ਹਾ ਦੱਸ ਰਿਹਾ। ਓਏ ਪੇਟੀਐਮ ਦੱਸ। ਦਿਖਾਓ ਬਿੱਲ ਕਿੰਨਾ ਜੀ। ਉਹੀ ਬੀਬੀ ਦੀਆਂ ਮਿੰਤਾਂ ਕਰਦੀ ਆ। ਆ ਚੱਕੋ ਜੀ, ਤੁਹਾਡੇ ਵਾਲਾ ਵੀ ਨਾਲ ਹੀ ਲਪੇਟਦਾ। ਥੈਂਕ ਯੂ। ਲਓ ਜੀ, ਗੱਲ ਤੇ ਹੋ ਗਈ ਜੇ। ਪਹਿਲਾਂ ਕਿਸੇ ਨੇ ਕਿਸੇ ਦੇ ਦੇਣੇ ਸੀ, ਹੁਣ ਕਿਸੇ ਨੇ ਕਿਸੇ ਦੇ ਦੇਣੇ ਨੇ। ਏਟੀਐਮ ਚੱਲ। ਚਲੋ ਰੋਕ ਭਈਆ, ਰੋਕ ਵੇ ਰੋਕ, ਤੈਨੂੰ ਮੈਂ ਕਹਿੰਦੀ ਵੀ ਮੈਂ ਰੋਕ। रुक ਤੈਨੂੰ ਰੋਕ ਸੌਂਦਾ ਨਹੀਂ? की होया बहन जी? तेरे रिक्शे दी सीट कंबन दी है। नहीं ऐसा कुछ नहीं। सवेर से कुछ लोगों को गलतफहमी हो रही है। की गलतफहमी हो रही है? मैं झूठ बोलन दी है? नहीं, मेरा वो मतलब नहीं था। फिर तेरे कहने दा मतलब की है? ਅਸੀਂ ਸੱਚ ਪਿੱਛੇ ਖੂਨ ਦੀਆਂ ਨਦੀਆਂ ਤੱਕ ਵਹਾ ਦਿੱਤੀਆਂ, ਤੂੰ ਝੂਠਾ ਪਾਈ ਜਾਂਦਾ ਹੈ। नहीं बहन जी, मेरी बात तो सुनिए ना। की तेरी गल सुना मैं? खड़े खड़े झूठा पा के रखता तू। मेरी गल सुन ले चुप करके। ना मैं झूठ सुनदी हूं ते ना मैं बोलदी हूं। बहुती चूं चां चपड़ कीती ना, आ देख ले सौदा ला दूं तेरा मैं। मैनू माफ कर दो, मुझे सीट दा पता नहीं, मैनू कमन हो रहा है। आया ना लाइन ते हुणे? आया। बंदर जिया, दफा हो जा। चल। सीट दा नहीं पता क्यों कम रही है। क्यों कप रही हो बार बार? मलेरिया हो गया है? कुछ भी तो नहीं हो रहा है, कैसे कम रहा है बार बार? जब कुछ बैठ जाए तब क्यों कमते हो? अब कम ना। तेरी ऐसी दी तैसी मुरारी एक्सप्रेस अगली बार तोड़ के सुट दूंगा तुझे, समझा? मैं तो कहना छड़ की रखा पैसों च? कॉफी हाडे लियो है। नो थैंक्स। आ रहे तेरे 144 रुपए। हिसाब क्लियर। 2 रुपये भी देते हैं टुटे हुए। मैं लगता जिन्नी हिसाबी किताबी है ना, तू अकाउंटेंट होएगी। आई एम अ फैशन डिजाइनर। हो ताही 36 24 36 है। ओ मेरे क्लाइंट दे सूट दा माप सी। जो भी ही बढ़िया ही। अच्छा चल ये दस, हाडे अंबरसर दा फैशन तैनूं किद्दां लग्या? आउटडेटेड। हुण खेडण जाण लगे भी सफारी सूट पा के जाया करिए। हेलो गल सुन, दस दी ते जा, साडे फैशन च कमी की आ? चंडीगढ़ वाली गल नहीं है यार। जब मैं कपड़े लेने अंबरसरों ते चंडीगढ़ वाली गल किवें हो सकदी आ? स्वैग नहीं आ। थोड़े स्टाइल ਨੂੰ ਦੇਖ ਕੇ ਲੱਗਦਾ ਜਿਵੇਂ ਤੁਸੀਂ ਬਸ ਬੋਡੀ ਢੱਕਣ ਲਈ ਕੱਪੜੇ ਪਾਏ ਹੋਏ ਨੇ। ਤੇ ਬੋਡੀ ਢੱਕਣ ਲਈ ਹੁੰਦੀ ਆ? ਤੁਹਾਡੇ ਵਾਂਗੂ ਥੋਨਾ ਵੀ ਪਾ ਕੇ ਛੋਟੀਆਂ ਛੋਟੀਆਂ ਨੀਕਰਾਂ ਸਾਰੀ ਮੰਡੀਰ ਪਿੱਛੇ ਲਾਈ ਹੁੰਦੀ ਆ। ਜਿਹੜੇ ਬਜ਼ੁਰਗਾਂ ਨੂੰ ਦਿਖਦਾ ਨਹੀਂ, ਉਹ ਵੀ ਅੱਖਾਂ ਤੇ ਜ਼ੋਰ ਪਾ ਕੇ ਦੇਖਣ ਦੇ ਹੁੰਦੇ ਆ। ਕਿਉਂ? ਇੱਥੇ ਅੰਮ੍ਰਿਤਸਰ ਦੀ ਕੁੜੀਆਂ ਸ਼ਾਰਟਸ ਨਹੀਂ ਪਾਉਂਦੀਆਂ? ਉਹ ਤਾਂ ਸਾਰੀਆਂ ਚੰਡੀਗੜ੍ਹ ਦੀਆਂ ਪੱਟੀਆਂ। ਚਲੋ ਮੰਨ ਤਾਂ ਗਏ ਕਿ ਸਾਡੇ ਫੈਸ਼ਨ ਤੇ ਦੁਨੀਆ ਮਰਦੀ ਹੈ। ਉਹ ਤੁਹਾਡਾ ਕਿਹੜਾ ਆਪਣਾ ਏ? ਸਭ ਬਾਹਰ ਦਾ ਏ। ਕਾਪੀ ਵੀ ਕੀਤਾ, ਉਹ ਵੀ ਪਾਟਿਆ ਹੋਇਆ। ਪਾਟੀਆਂ ਹੋਈਆਂ ਪੈਂਟਾਂ, ਸਾੜੀ ਉਹ ਵੀ ਨੈਟ ਵਾਲੀ। ਉਹ ਤੁਹਾਨੂੰ ਦੇਖ ਕੇ ਇਦਾਂ ਲੱਗਦਾ ਜਿਵੇਂ ਹਲਕੇ ਹੋਏ ਕੁੱਤੇ ਨਾਲ ਲੜ ਕੇ ਆਏ ਹੋਮੋ। ਉਹ ਫੈਸ਼ਨ ਤਾਂ ਸਾਡਾ ਹੈ ਓਰੀਜਨਲ। ਜਦੋਂ ਅੰਮ੍ਰਿਤਸਰ ਦੀ ਕੁੜੀ ਪਾ ਕੇ ਫੁਲਕਾਰੀ ਸੂਟ ਨਿਕਲਦੀ ਆ ਨਾ, ਸਿਰ ਤੇ ਸੱਗੀ ਫੁੱਲ, ਗੁੱਤ ਚ ਪਰਾਂ ਦਾ, ਪੈਰ ਚ ਪੰਜੇਬ, ਜੁੱਤੀ ਚੂ ਚੂ ਕਰਦੀ ਜਾਂਦੀ ਆ। ਲੋਕੀ ਕਹਿੰਦੇ ਖੜ ਓਏ ਪੰਜਾਬਣ ਆਉਂਦੀ ਜੇ। ਤੁਹਾਨੂੰ ਇਹ ਸਮਝਾਉਣ ਦਾ ਮਤਲਬ ਪਤਾ ਕੀ ਹੈ? ਕਿ ਸਾਡਾ ਫੈਸ਼ਨ ਓਰੀਜਨਲ ਹੈ, ਆਊਟਡੇਟਡ ਨਹੀਂ, ਮਾਡਰਨ ਹੈ। ਚਿੱਬੜ ਜੀ। क्यों करा दी ना चुप? मॉडर्न। हाँ। तू कभी किसी कुड़ी नु किस कीता है? किदां दी गल्लां करन डे हो जी? किस बारे गल कर रही हां? तुसी मॉडर्न हो ना? कीती है कि नहीं? कीती तां नहीं, पर जे कोई कहू तां कर लूं। सही कहंदे ने लोग। मुंडे ना 2 टाइप दे हुंदे आ, एक टक्कन ते दूजे ਵੱਡੇ ਟੱਕਨ। एंड आई कांट डिसाइड कि तू केड़ी कैटेगरी जा। कीती है कि नहीं? एक बारी कोशिश कीती ही, ਜਦੋਂ ਹੀ ਕੁੜੀ ਦੇ ਨੇੜੇ ਗਿਆ ਉਹ ਰੋ ਪਈ। रो पई? ਉਹ ਪਹਿਲੀ ਵਾਰੀ ਸੀ ਨਾ ਜੀ, ਹਿਸਾਬ ਜਿਹਾ ਨਹੀਂ ਆਇਆ ਵੀ ਕਿੰਨੇ ਨੇੜੇ ਜਾਣਾ। ਮੇਰੇ ਤੋਂ ਕੁੜੀ ਦਾ ਪੈਰ ਮਿੱਧਿਆ ਗਿਆ।
शरीफ बंदा ना जी, बौंदल गया, मिद्या गया। फिर की मैं गरम पानी नाल कुड़ी दे पैर दी 2 वारी टकोर कीती ते ओनू घरे छड़िया। घरे छड़ाया? संस्कार ने घरे ते छड़ के आउणी सी। ए किहो जे संस्कार होए? पहला कुड़ी रवाती फिर ओनू घर छड़िया है। तू कुछ भी ठीक कर सकदा? तू ही कीता जी आ किस वाला गैर कानूनी जिहा काम? तेनू की दसा? मैं किहड़ा रौला पा दूं? हां तेरा की पता? पा दे रौला तां ਤੁਹਾਡਾ ਤਾਂ ਫਾਇਦਾ ਹੀ ਜੇ ਮੁੰਡੇ ਨੂੰ ਨਾ ਕਰਨਾ ਹੈ ਆਪੇ ਹੀ ਹੋ ਜੂ। ਇਹੋ ਜੀ ਕੋਈ ਗੱਲ ਨਹੀਂ ਆ। ਸੰਸਕਾਰੀ ਹਿੰਦੁਸਤਾਨੀ ਕੁੜੀ ਆ ਮੈਂ। ਤੇ ਮੈਂ ਕਿਹੜਾ ਏਲੀਅਨ? ਮੇਰੇ ਤੋਂ ਸਾਰਾ ਕੁਝ ਪੁੱਛ ਲਿਆ ਤੇ ਆਪ ਕੁਝ ਦੱਸਣ ਦੇ ਨਹੀਂ। ਜੇ ਮੈਂ ਤੈਨੂੰ ਦੱਸ ਵੀ ਦੇਵਾਂ ਨਾ ਤਾਂ ਵੀ ਤੈਨੂੰ ਝੂਠ ਹੀ ਲੱਗਣਾ। ਤੁਸੀਂ ਮੁੰਡੇ ਚੰਡੀਗੜ੍ਹ ਦੀ ਕੁੜੀਆਂ ਬਾਰੇ ਗਲਤੀ ਸੋਚਦੇ ਹੋ। ਕੀਤੀ ਕਿ ਨਹੀਂ ਕੀਤੀ? ਹਾਂ ਕੀਤੀ। ਬਟ ਇਟਸ ਨਾਟ ਅ ਬਿਗ ਡੀਲ। ਆਈ ਮੀਨ ਦੋਸਤਾਂ ਚ ਜਿਵੇਂ ਫੋਰਹੈਡ ਤੇ ਜਾਂ ਹੱਥ ਤੇ। ਦੋਸਤ ਭਾਵੇਂ ਮੁੰਡਾ ਹੀ ਹੋਵੇ, ਦੋਸਤ ਹੁੰਦਾ, ਦਿਲ ਸਾਫ਼ ਹੋਣਾ ਚਾਹੀਦਾ। ਆਪਾਂ ਦੋਸਤ ਬਣ ਸਕਦੇ ਹਾਂ। ਮੈਂ ਆਪਣੇ ਕਾਲਜ ਦੇ ਦੋਸਤਾਂ ਦੀ ਗੱਲ ਕਰ ਰਹੀ ਸੀ। ਮੈਂ ਮੰਮੀ ਨੂੰ ਕਿੰਨੀ ਵਾਰੀ ਕਿਹਾ ਸੀ ਮੈਨੂੰ ਚੰਡੀਗੜ੍ਹ ਹੋਸਟਲ 'ਚ ਪਾ ਦੇ, ਮੰਨੀ ਨਹੀਂ। ਅੱਛਾ ਹੁਣ ਕਿੱਥੇ ਗਏ ਤੇਰੇ ਸੰਸਕਾਰ? ਉਹ ਮੈਂ ਤਾਂ ਜੀ ਉੱਥੇ ਜਾ ਕੇ ਚੰਡੀਗੜ੍ਹ ਵਾਲਿਆਂ ਨੂੰ ਅੰਮ੍ਰਿਤਸਰ ਦੇ ਸੰਸਕਾਰ ਹੀ ਸਿਖਾਉਣੇ ਸੀ। ਰਹਿਣ ਦੇ, ਮੇਰਾ ਫੋਨ ਲਵਾ ਸਕਦਾ ਤਾਂ ਲਵਾ ਦੇ। ਹਾਂ चलो ये लो भैया। ये बेटा चाय हमको भी पिलाना। ला रहे। और पैसा वैसा कर लेना। का हुआ मुरारी भाई? का बताएं, सुबह से ऐसा पनौती लगा हुआ है कि जैसे कोई सवारी बैठता है रिक्शे पर, बोलता है रुक 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 कंबन हो रहा है। जब मैं पूछता हूँ कहाँ कंबन हो रहा है तो घुमा के सीधे चपेड़ मार रहा है। सुबह से 1 रुपया नहीं कमाया है और 5 चपेड़ खाया है सुबह से। अरे भैया हमने तुमको पहले ही कहा था कि रिक्शा का टॉप मॉडल लो, पर तुम हमारा एक नहीं सुना। अब पड़ गया ना रिक्शा में फॉल्ट। अरे कोई फॉल्ट वाल्ट नहीं है, मैकेनिक लोगों को पूरा चेक करवा चुका हूँ। चेक करवाया है? तो फिर ये रिक्शा कांपता क्यों है? अरे यही तो समझ में नहीं आ रहा है। समझ? अपने टल्ली को दिखाओ ना। तो टल्ली रिक्शा रिपेयर करने लगा का? तो मत दिखाओ, तुम चपेरा ही खाओ। बात करता है। समझ नहीं आउंडे तेरा मोबाइल लभी है किथे? शहर च 10,000 तो उत्ते भैया काम करदा। की करिए फिर? पुलिस स्टेशन रिपोर्ट लिखा देने आ, शायद वो लभ देण। चलिए। नहीं जे पुलिस स्टेशन रिपोर्ट लिखाने तो मैं आपे लिखा लूं। तू आपदा खेड खेड ला। मैं तो खेडूंगा जी, पूरा महल्ला जड़ दी बैटिंग देखण दी वेट करदा होना। अच्छा सुन, इथों चबूतरा किस पासे आ? चौंक चबूतरा। एक ना तो सही तरीके नाल बोलिया नहीं जांदा तेरे तो। साडे अंबरसर वाले भी पागल ही ने। कुड़ी देखी नहीं चंडीगढ़ दी, बूथा जाके हाँ कर देंदे ने। तू किन्ना बोलदा है? खाना की है? मेरा तो पता नहीं, पर तू दिमाग खानी आ ना। जे असी तेरे चंडीगढ़ दे 17 सैक्टर नूं बोलीए, 18 सैक्टर, 22 सैक्टर नूं बोलीए, 25 सैक्टर, फिर ਤੁਹਾਡੇ ਸ਼ਹਿਰ ਦੇ ਨਾਮ ਅਜੀਬ ਨੇ, ਸਾਡੇ ਸ਼ਹਿਰ ਦੇ ਨਹੀਂ। ਪਤਾ ਨਹੀਂ ਕੀ ਲੂਣ ਮੰਡੀ, ਘਿਓ ਮੰਡੀ, ਗੁੜ ਬਾਜ਼ਾਰ, ਪਾਪੜਾਂ ਵਾਲਾ ਬਾਜ਼ਾਰ। वाह, खाण पीण वाले ना तो तेनू सारे याद ने। चौंक चबूतरा नहीं याद तेरे? अच्छा ठीक है, दस दे चौक चबूतरा किस पासे आ? उधर ही मरंडिया, बह जा हुण चक के बिठावा। ਇੱਥੇ ਰੋਕ ਲਾ। हाँ रोक रोक रोक। की गल अंदर नहीं जाना गली च? ਚੰਗਾ ਨਹੀਂ ਲੱਗਦਾ, ਮੈਂ ਇਕੱਲੇ ਜਾऊं। ਆਹੋ ਕਿਤੇ ਉਹਨੂੰ ਲੱਗੇ ਵੀ ਤੇਰੀ ਮੇਰੇ ਨਾਲ ਗਾੜੀ ਆ, ਸ਼ਾਇਦ ਤਾਂ ਨਾ ਬੋਲਣਾ ਹੀ ਆ। ਤੂੰ ਜ਼ਿਆਦਾ ਨਹੀਂ ਸੋਚ ਲੈਂਦਾ। ਤੇਰੀ ਟੈਨਸ਼ਨ ਲੈਣਾ। ਹਾਊ ਨਾਈਸ ਆਫ ਯੂ। ਥੈਂਕ ਯੂ, ਬਾਏ ਬਾਏ। ਇੰਨੀ ਦੇਰ ਤੋਂ ਕਮਾਈ ਜਾਣਾ, ਟੁੱਟਿਆ ਜਾ ਬਾਏ ਬੋਲ ਕੇ ਚਲੀ ਗਈ। ਹਾਂ ਬੋਲੇ। ਨੀ ਕੁੜੀਏ ਤੂੰ ਫੇਰ ਆ ਗਈ ਆ? ਰਾਜਵੀਰ ਆ ਗਿਆ? ਹਲੇ ਨਹੀਂ ਆਇਆ। ਜੇ ਕੋਈ ਬਹੁਤਾ ਜ਼ਰੂਰੀ ਕੰਮ ਆ ਤੇ ਮੈਨੂੰ ਦੱਸ ਜਾ, ਮੈਂ ਸੁਨੇਹਾ ਦੇ ਦੂੰਗੀ। ਨਹੀਂ ਮੈਂ ਉਹਦੇ ਨਾਲ ਹੀ ਗੱਲ ਕਰਨੀ ਸੀ। ਚੰਗਾ ਫਿਰ, ਜੇ ਬਹੁਤੀ ਵਿਹਲੀ ਆ ਤੇ ਮਾਰੀ ਜਾ ਗੇੜੇ। ਅੰਬਰਸਰੇ ਦੇ ਧੱਕੇ ਨੀ ਤੂੰ ਖਾਨੀ ਆ, ਅੰਬਰਸਰੇ ਦੇ ਧੱਕੇ ਨੀ ਤੂੰ ਖਾਨੀ ਆ। ਚੱਲ ਠੀਕ ਆ, ਮੈਂ ਆਉਣ ਡਿਆ 10 ਮਿੰਟ ਚ। ਚੰਗਾ। ਤੂੰ ਇੱਥੇ ਹੀ ਹੈ?
ਉਹ ਭੋਲੇ ਦਾ ਫੋਨ ਆ ਗਿਆ ਸੀ, ਤੂੰ ਨਾ ਕਰ ਵੀ ਆਈ? ਉਹਦੇ ਘਰ ਤੇ ਹਲੇ ਵੀ ਲੋਕ ਲੱਗਿਆ ਹੋਇਆ ਸੀ। ਕਿਹੋ ਜਿਹਾ ਮੁੰਡਾ ਇਹ? ਇੰਨੀ ਸੋਹਣੀ ਕੁੜੀ ਨਾ ਕਹਿਣਾ ਹੀ ਆ, ਇਹ ਪਤਾ ਨਹੀਂ ਕਿੱਥੇ ਮਰਿਆ। ਤੂੰ ਇੱਕ ਕੰਮ ਕਰ, ਉਹਦੇ ਘਰ ਦੇ ਬਾਹਰ ਲਿਖ ਕੇ ਲਾਇਆ ਮੇਰੇ ਵੱਲੋਂ ਨਾ ਹੈ। ਕਿਵੇਂ ਪਤਾ ਲੱਗੂ ਕੌਣ ਨਾ ਕਰਕੇ ਗਿਆ? ਉਹਨੂੰ ਕਿਸੇ ਹੋਰ ਨੇ ਵੀ ਨਾ ਕਰਨੀ ਆ। ਮੇਰਾ ਫੋਨ ਓਏ ਤੈਨੂੰ ਸਰਦਾਰ ਜੀ ਨੂੰ ਲੈ ਮੈਨੂੰ ਕੁੱਟਵਾਨੇ। ਮੇਰਾ ਫੋਨ 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 ਮੇਰਾ ਫੋਨ। ਭਾਗ ਜਾ ਮੁਰਾਰੀ ਭਾਗ ਜਾ। ਓਏ ਓਏ ਮੈਨੂੰ ਛੱਡ ਦੇ ਰਾਜਾ। ਓਏ ਭਾਗ ਜਾ। ਓਏ ਮੈਂ ਕੁਛ ਨਹੀਂ ਕੀਤਾ। ਓ ਮੈਂ ਤੈਨੂੰ ਬਚਾ ਲਿਆ, ਖੋਲ ਦੂੰ। ਮੈਨੂੰ ਛੱਡ ਦੇ। ਓਏ ਮੇਰੇ ਪਿੱਛੇ ਮਤ ਪਾ ਜਾ। ਕੀ ਵੇਖਣ ਡਿਆ? ਬੰਦਾ ਕਰਦਾ ਸਾਏ ਨੇ। ਚੱਲ ਤੁਰ ਜਾਓ। ਪਿੱਛੇ ਹੋ। ਤੂੰ ਪਿੱਛੇ ਹੋ। ਹੂੰ ਪਿੱਛੇ ਹੋ। तेल मुक गया। तू तेल नहीं भरवांदा? पोया सी। इन्नी छेती खत्म हो गया। लूना ते बैठी है ना भी जड़ी एक बारी फुल करा के दिवाली तो दिवाली चलू। की होया? पेट्रोल खत्म हो गया। पेट्रोल पंप उत्थे है। मेरा पीछा छड्डो। चल टक्का मार। हाँ तेरे चक्करां च फिर भज गया। टक्का मार। टक्का चल। किथे गया तेरा भोला जेड़ा तेल लैन गया सी? आंदा ही हो। ले आ गया भोले। हाँ जी मैं तेरे तो तेल मंगाया तू लस्सी लेके आ गया। ਇਹ ਕਿੰਨੇ ਦਾ ਹੈ? ਇਹ 2500 ਦਾ ਜੀ। ਹੈ ਬਹੁਤ ਮਹਿੰਗਾ ਹੈ। ਠੀਕ ਠੀਕ ਲਾ ਦੋ, ਮੈਨੂੰ ਪਸੰਦ ਆ। ਫਿਰ ਤੁਹਾਡੇ ਹਿਸਾਬ ਨਾਲ ਠੀਕ ਠੀਕ ਕਿੰਨਾ? 500 ਲਾ ਲਓ। ਚਲੋ ਤੁਸੀਂ ਇਦਾਂ ਕਰੋ, ਆਪਣਾ ਨੰਬਰ ਦੇ ਦਿਓ, ਮੈਂ ਨਾ ਵੋਟੀ ਨਾਲ ਸਲਾਹ ਕਰਕੇ ਤੁਹਾਨੂੰ ਫੋਨ ਕਰ ਦੂੰ ਵੀ ਪੱਲਿਓਂ ਪਾ ਕੇ ਦੇਣਾ ਕਿ ਨਹੀਂ। ਯਾਰ ਮੈਂ ਤੈਨੂੰ ਲੱਭਦਾ ਅੱਧਾ ਹੋ ਗਿਆ, ਤੂੰ ਇੱਥੇ ਹੀ ਕਰਨ ਡਈ ਹੈ? ਕੀ ਮੈਂ ਤਾਂ ਸੂਟ ਲੈਣ ਆ ਗਈ ਸੀ। ਤੂੰ ਤੇ ਬਾਰਾਤ ਚ ਨੱਚਣ ਚ ਬਿਜ਼ੀ ਸੀ। ਕਿਸੇ ਦੀ ਕਿਉਂ? ਆਪਣੇ ਅੰਮ੍ਰਿਤਸਰ ਦੀ ਬਰਾਤ ਸੀ। 2-4 ਬੰਦੇ ਮੈਨੂੰ ਜਾਣਦੇ ਸੀ। ਮੈਂ ਤਾਂ ਉੱਥੇ ਵੀ ਨੱਚ ਲੈਣਾ ਜਿੱਥੇ ਘੋੜੀ ਜਾਣ ਪਛਾਣਦੀ ਹੋਵੇ। ਅੱਛਾ ਲੈ ਲਿਆ ਸੂਟ? ਨਾ 2500 ਮੰਗ ਲਏ ਸੀ। ਇਹੋ ਜਿਹੇ ਸੂਟ ਨਾ 5-500 ਚ ਮਿਲਦੇ ਨੇ। ਯਾਰ ਚੰਡੀਗੜ੍ਹ ਦੀ ਕੁੜੀ ਹੋ ਗਿਆ, ਥੋੜੇ ਬਹੁਤੇ ਪੈਸਿਆਂ ਲਈ ਲੜਦੀ ਤੂੰ ਚੰਗੀ ਲੱਗਦੀ ਐ? ਕੋਈ ਗੱਲ ਨਹੀਂ, ਤੂੰ ਮੈਨੂੰ ਬਠਿੰਡੇ ਦੀ ਸਮਝ ਲੈ। ਮੈਂ ਤਾਂ ਆਪਦੇ ਪੈਸੇ ਬਚਾਉਂ। ਮੈਂ ਕਿਵੇਂ ਭੁੱਲ ਗਿਆ ਉਹ ਕਾਫੀ ਵਾਲੀ ਗੱਲ ਵੀ ਤੈਨੂੰ ਪੈਸਿਆਂ ਨਾਲ ਕਿੰਨਾ ਪਿਆਰ ਹੈ। ਪੈਸਿਆਂ ਨਾਲ ਪਿਆਰ ਦੀ ਗੱਲ ਹੈ ਹੀ ਨਹੀਂ। ਮੇਰੇ ਮਿਹਨਤ ਤੇ ਪੈਸੇ ਆ। ਤੂੰ 500 ਰੁਪਏ ਵਾਲੀ ਚੀਜ਼ 600 ਰੁਪਏ ਚ ਲੈ ਲੇਗਾ? ਮੈਂ ਤਾਂ ਕਈ ਵਾਰੀ ਸਿਲੰਡਰ ਬਲੈਕ ਚ ਲਿਆ। मैंने बहुत सीरियस गल कर रही हूं। मनी मैडी दी गल नहीं है। सारे नु पैसे चाहिए होंगे, सारे सेव कर दे। तू अपनी वाइफ नाल आंदा, ओनू ले दिंदा 2500 रुपए वाला सूट। हाँ जे मेरी वाइफ बंब हुंदी तां मैं 2500 वाला 3500 च भी ले आंदा। कदे भी ना लेके दिंदा तू। भावें ओनू एक बारी कह दिंदा कि तू पैसे दे दे, आप बाद च कर लांगे जिवें तू कॉफी शॉप च कीता सी। यार मैं 24 घंटे उदा थोड़ा रहना वा। ਉਹ ਤਾਂ ਬਾਈ ਚਾਂਸ ਮੈਂ ਕ੍ਰਿਕਟ ਖੇਡਣ ਆਇਆ ਸੀ, ਮੈਨੂੰ ਲੱਗਿਆ ਵੀ ਖੇਡਦੇ ਖੇਡਦੇ ਡਿੱਗਣਾ ਪੈਣ ਤਾਂ ਪੈਸੇ ਨਹੀਂ ਲੈ ਕੇ ਆਇਆ। ਦੇਖਿਆ ਤੂੰ
ਇਹਨੂੰ ਪੈਸੇ ਦੀ ਵੈਲਿਊ ਸਮਝਣਾ ਕਹਿੰਦੇ ਨੇ, ਇਹਨੂੰ ਪੈਸੇ ਨਾਲ ਪਿਆਰ ਨਹੀਂ ਕਹਿੰਦੇ। ਤੂੰ ਤਾਂ ਆਪਦੇ ਪਤੀ ਦੇ ਬਹੁਤ ਪੈਸੇ ਬਚਾਏਂਗੀ। ਕਿਉਂ? ਉਹ ਆਪਦੇ ਪੈਸੇ ਬਚਾਊਗਾ, ਮੈਂ ਆਪਦੇ ਬਚਾਵਾਂਗੀ। ਕਮਾਲ ਦੀ ਗੱਲ ਆ ਯਾਰ, ਕਹੇ ਜੀ ਕੁੜੀਆਂ ਤੂੰ, ਆਪਦੇ ਪਤੀ ਨਾਲ ਵੀ ਕੋਈ ਪਿਆਰ ਨਹੀਂ। ਇਹਦੇ ਨਾਲ ਪਿਆਰ ਦਾ ਕੀ ਲੈਣਾ ਦੇਣਾ? ਪਿਆਰ ਨਾਲ ਢਿੱਡ ਭਰਦਾ। ਵੈਸੇ ਮੈਨੂੰ ਭੁੱਖ ਲੱਗੀ, ਖਾਣ ਨੂੰ ਕੁਝ ਮਿਲੇਗਾ? ਭਟੂਰੇ ਖਿਲਾਵਾਂ? ਛੀ, ਇੰਨੇ ਓਇਲੀ ਮੈਂ ਨਹੀਂ ਖਾਣੇ। ਉਹ ਮੇਰੀ ਬੇਬੇ ਕਹਿੰਦੀ ਆ ਬੰਦਾ ਸਿਹਤ ਨਾਲੇ ਚੰਗਾ ਲੱਗਦਾ ਵਾ, ਖਾਇਆ ਪੀਆ ਕਰ, ਐਵੇਂ ਸੁੱਕੀ ਜੀ ਲੱਗਦੀ ਆ। ਪਤਲੇ ਹੋਣਾ ਬਿਮਾਰੀ ਨਹੀਂ ਹੁੰਦੀ, ਫਿਟਨੈਸ ਇਜ਼ ਇਨ ਫੈਸ਼ਨ। ਅੱਛਾ, ਫਿਰ ਤਾਂ ਕੋਈ ਗਰੀਬ ਬੰਦੇ ਨੂੰ ਜਾ ਕੇ ਦੱਸੇ ਜਿਹੜੇ ਵਿਚਾਰੇ ਸਾਰੀ ਦਿਹਾੜੀ ਕਰੀ ਜਾਂਦੇ ਨੇ ਵੀ ਸੋਗੇ ਵੀ ਬ੍ਰਾਊ, ਇਟਸ ਫੈਸ਼ਨ। ਯਾਰ ਤੂੰ ਕਿੰਨਾ ਬੋਲਦਾ, ਥੱਕਦਾ ਨਹੀਂ? ਮੇਰੇ ਨੰਬਰ ਸਰ। ਅੱਛਾ, ਉਸ ਹਸਪਤਾਲ ਦਾ ਨਾਮ ਵੀ ਦੱਸ ਦੇ ਜਿੱਥੇ ਪੈਦਾ ਹੋਇਆ ਸੀ। ਐਟ ਹੋਮ ਬਾय ਦਾਈ। ਅੱਛਾ, ਕੁਝ ਖਾਣ ਨੂੰ ਲੈ ਕੇ ਆਵਾਂ? ਪਲੀਜ਼। ਐਕਸਕਿਊਜ਼ ਮੀ ਜੀ, ਤੁਹਾਡਾ ਫੋਨ ਯੂਜ਼ ਕਰ ਸਕਦੀ ਆ? हाँ जी। ਥੈਂਕ ਯੂ। हेलो, हाँ सिमी, रीत बोल रही हूँ। ਇਹ ਕਿਸ ਦਾ ਨੰਬਰ ਹੈ? नंबर मिले? ਆ ਪਹਿਲੇ ਗੱਲ ਕਰ ਤੂੰ। हाँ। ਰੀਤ, ਤੂੰ ਕਿਹਨੂੰ ਪੁੱਛ ਕੇ ਗਈ ਹੈ ਅੰਮ੍ਰਿਤਸਰ? ਮੰਮੀ? ਜੇ ਨਹੀਂ ਵਿਆਹ ਕਰਾਣਾ ਸੀ ਤਾਂ ਕਹਿ ਦਿੰਦੀ, ਉੱਥੇ ਜਾ ਕੇ ਡਰਾਮਾ ਕਰਨ ਦੀ ਕੀ ਲੋੜ ਸੀ? ਹਰ ਥਾਂ ਤੇ ਸਾਡੀ ਬੇਇੱਜ਼ਤੀ ਕਰਾਣੀ ਜ਼ਰੂਰੀ ਤੈਨੂੰ? अच्छा, मैं मना कर देती तो तुसी मान जाना सी। मेरे तो पूछे बिना सारी तैयारियां करते फिरते सी। ਤੇਰਾ ਬੁਰਾ ਭਲਾ ਤੇਥੋਂ ਜ਼ਿਆਦਾ ਜਾਣਦੇ ਆ। मम्मी प्लीज इस वक्त मैनू अंबरसरी दा नंबर दे दो। ਤੂੰ ਇਸੇ ਵੇਲੇ ਚੰਡੀਗੜ੍ਹ ਵਾਪਸ ਆ, ਸਮਝੀ? यार मैं नहीं कराना विआह ओदे नाल। तेरा दिमाग खराब है? मैं तेनू मना कीता सी ना मम्मी ने सब कुछ दसन नहीं। ਉਹ ਯਾਰ ਮੈਂ ਕੀ ਕਰਦੀ, ਆਂਟੀ ਆ ਗਈ ਸੀ। ਚੱਲ ਤੂੰ ਨੰਬਰ ਲਿਖ। हाँ बोल। 9372624291। थैंक यू। ਆ ਲੈ ਅੰਮ੍ਰਿਤਸਰੀ ਕੁਲਚੇ ਖਾ। नो थैंक यू। यार मैं तेरे लिए लंच ला के स्पेशल लेके आया, घट्टो घट 4-5 तक खाई ना। यार प्लीज चुप हो जा, मैंने थोड़ी देर लिए शांति चाहिए। हाँ, मैं शांति तो लेके आया हूं। शट अप। आलो तुसी कल वीरे जी, लाओ लाओ, वेखण दे सी, शको नींद पाई सी। ਹੁਣ ਇਹਨੂੰ ਵੀ ਚੁੱਪ ਕਰਾ ਦਾਂ? ਇਹਨੂੰ ਬੋਲਣ ਦੇ, ਤੂੰ ਚੁੱਪ ਕਰ ਜਾ ਪਲੀਜ਼। ਸ਼ਾਂਤੀ ਨਾਲ ਸੋਚਣ ਦੇ। ਜੇ ਉੱਡ ਗਿਆ ਫਿਰ ਮੈਂ ਵੀ ਨਹੀਂ ਬੋਲਣਾ। ਇੱਕ ਤਾਂ ਤੁਸੀਂ ਚੰਡੀਗੜ੍ਹ ਵਾਲੇ ਸੋਚਣ ਲਈ ਵੀ ਕਿੰਨੀ ਦੂਰ ਆ ਜਾਂਦੇ ਹੋ, ਅਸੀਂ ਤਾਂ ਕਮੋੜ ਤੇ ਬਹਿ ਕੇ ਸੋਚ ਲਈਦਾ, ਭਾਵੇਂ ਜਿੰਨੀਆਂ ਮਰਜ਼ੀ ਆਵਾਜ਼ਾਂ ਆਈ ਜਾਣ। ਉਹ ਯਾਰ 5 ਮਿੰਟ ਚੁੱਪ ਕਰ ਜਾ, ਮੈਨੂੰ ਪਹਿਲਾਂ ਹੀ ਕੁਝ ਸਮਝ ਨਹੀਂ ਆ ਰਿਹਾ। ਮੰਮੀ ਨੂੰ ਸਭ ਕੁਝ ਪਤਾ ਲੱਗ ਗਿਆ। ਯਾਰ ਤੇਰੀ ਮੰਮੀ ਕਿਹੜਾ ਮਹੱਲੇ 'ਚ ਗੱਲ ਫੈਲਾ ਦੂਗੀ? ਪਰ ਵੈਸੇ ਤੈਨੂੰ ਤੇਰੀ ਮੰਮੀ ਬਾਰੇ ਜ਼ਿਆਦਾ ਪਤਾ ਹੋਊਗਾ। ਤੂੰ ਕਦੇ ਅਪਸੈਟ ਨਹੀਂ ਹੁੰਦਾ? ਦੇਖ ਝੂਠ ਨਹੀਂ ਬੋਲਦਾ, ਸ਼ਾਮੀ 8 ਵਜੇ ਤੋਂ ਬਾਅਦ ਸੈੱਟ ਤਾਂ ਕਈ ਵਾਰੀ ਹੋਇਆ, ਪਰ ਅਪਸੈਟ ਕਦੇ ਨਹੀਂ। ਵੈਸੇ ਮੈਂ ਦੇਖਿਆ ਤੈਨੂੰ ਅਪਸੈਟ ਹੁੰਦਿਆਂ ਨੂੰ। ਭਲੇਖਾ ਪਿਆ ਹੋਣਾ ਤੈਨੂੰ, ਅੱਜ ਤਾਂ ਆਪਾਂ ਮਿਲਿਆ, ਤੂੰ ਕਿੱਥੇ ਦੇਖ ਲਿਆ? ਜਦੋਂ ਅਸੀਂ ਮਾਰਕੀਟ 'ਚ ਵੱਖ ਹੋਏ ਸੀ, ਮੈਨੂੰ ਲੱਭਦਿਆਂ ਤੂੰ ਅਪਸੈਟ ਨਹੀਂ ਹੋਇਆ ਸੀ? ਮੈਂ ਕਿਉਂ ਹੋਊਂਗਾ? ਆਰ ਯੂ ਸ਼ੋਰ? ਤੂੰ ਜ਼ਿਆਦਾ ਅਪਸੈਟ ਆ ਤੈਨੂੰ ਤਾਂ ਲੱਗਦਾ। ਤੂੰ ਕਿੰਨੀਆਂ ਚੀਜ਼ਾਂ ਮੈਨੇਜ ਕਰ ਲੈਂਦਾ ਨਾ, ਸੋਚਦਾ ਕੁਛ ਹੈ, ਬੋਲਦਾ ਕੁਛ ਹੈ, ਦਿਖਾਉਂਦਾ ਕੁਛ ਹੈ। ਯਾਰ ਮੈਂ ਕੰਮ ਇੱਕ ਨਹੀਂ ਕਰਦਾ, ਤੂੰ 3 ਗਣਾ ਤੇ। ਇੰਨਾ ਸਮਾਰਟ ਨਹੀਂ ਮੈਂ ਜਿੰਨਾ ਲੱਗਦਾ। ਓਵਰ ਸਮਾਰਟ ਹੈ ਤੂੰ। ਐਕਚੁਅਲੀ ਗਲਤੀ ਤੇਰੀ ਨਹੀਂ ਆ, ਸਾਰੇ ਅੰਬਰਸਰ ਵਾਲਿਆਂ ਦੀ ਪ੍ਰੋਬਲਮ ਹੈ। ਫੀਲਿੰਗਸ ਦਿਖਾਉਂਦੇ ਹੀ ਨਹੀਂ। ਹੁਣ ਅਪਸੈਟ ਫੀਲ ਕੀਤਾ ਤਾਂ ਕੀਤਾ, ਇੰਨੀ ਵੱਡੀ ਗੱਲ ਕੀ ਹੈ ਦੱਸ ਦੇ। ਹਾਂ ਸੀ ਅਪਸੈਟ, ਇਹਦੇ 'ਚ ਫੀਲਿੰਗ ਵਾਲੀ ਕੀ ਗੱਲ ਆ? ਜੇ ਤੂੰ ਖੋ ਜਾਂਦੀ ਫਿਰ ਅੰਬਰਸਰ ਦੀ ਇਨਸਲਟ ਸੀ। ਪੁਲਿਸ ਤਾਂ ਕਿ ਮੈਨੂੰ ਪੁੱਛਦੀ ਨਾ ਵੀ ਕੁੜੀ ਸੀਸੀਟੀਵੀ ਕੈਮਰੇ ਦੇ ਉੱਤੇ ਤੇਰੇ ਨਾਲ ਦੇਖੀ ਸੀ ਕਾਫੀ ਪੀਂਦੀ, ਕਿੱਥੇ ਗਈ? ਠੀਕ ਹੈ ਤੂੰ ਨਾ ਮੰਨ, ਪਰ ਤੇਰੇ ਦਿਲ 'ਚ ਕੁਛ ਹੈ। ਮੋਰੀ ਆ ਮੇਰੇ ਦਿਲ 'ਚ, ਭਰਾ ਦੇਂਗੀ? ਗੱਲਾਂ ਮਾਰਦੀ ਆ, ਉਹੀ ਗੱਲ ਨੂੰ ਉਲਝਾਈ ਜਾਂਦੀ ਆ। ਮੈਨੂੰ ਤੇਰੇ ਵਰਗੀਆਂ ਕੁੜੀਆਂ ਭੋਰਾ ਵੀ ਪਸੰਦ ਨਹੀਂ, ਚਿੱਬੜ ਜੀ। ਮਤਲਬ ਨਹੀਂ ਪਸੰਦ। ਉਹ ਰੁਕ ਰੁਕ ਰੁਕ, ਹੱਥ ਦੇ। ਮੈਂ ਕਿਉਂ ਦੇਵਾਂ ਹੱਥ? ਮੈਂ ਤੇਰੇ ਨਾਲ ਵਿਆਹ ਕਰਾਉਣਾ। ਓਹੋ, ਥੱਲੇ ਉਤਰਨ ਲਈ ਹੱਥ ਦੇ। ਉਦਾਂ ਮਰ। ਹਾਂ, ਮੇਰੇ ਵਰਗੀਆਂ ਕੁੜੀਆਂ ਕਿਉਂ ਨਹੀਂ ਪਸੰਦ ਤੈਨੂੰ? ਨਹੀਂ ਪਸੰਦ, ਮੈਂ ਥੋੜਾ ਹਾਈ ਲੈਵਲ ਦਾ ਬੰਦਾ। ਓਹੋ, ਤਾਂ ਹੀ ਕੁੜੀ ਨੇੜੇ ਆਂਤੇ ਰੋ ਪਈ ਸੀ। ਪਹਿਲੀ ਵਾਰੀ ਸੀ ਕੁੜੀ ਤਾਂ ਰੋ ਪਈ, ਤੇ ਦੂਜੀ ਵਾਰੀ? ਮੈਂ ਇਹੀ ਕੰਮ ਤੇ ਲੱਗਿਆ ਰਹਿਣਾ, ਸੰਸਕਾਰੀ ਮੁੰਡਾ ਮੈਂ। ਮਤਲਬ ਦੂਜੀ ਵਾਰੀ ਵੀ ਰੋ ਪਈ ਸੀ? ਦੂਜੀ ਵਾਰੀ ਕੁੜੀ ਹੋਰ ਸੀ। ਹਾਂ ਤੱਕ ਗੱਲ ਨਹੀਂ ਪਹੁੰਚੀ। ਹਾਂ, ਕਿੰਨੀਆਂ ਗਰਲਫ੍ਰੈਂਡ ਸੀ ਤੇਰੀਆਂ? ਆਫੀਸ਼ੀਅਲੀ ਇੱਕ। ਐਕਸਟਰਾ ਸਮਾਲ ਇੱਕ ਤਾਂ ਤੂੰ ਪਹਿਲੇ ਵੀ ਦੱਸੀ ਸੀ ਜਿਹੜੀ ਰੋ ਪਈ ਸੀ। ਉਹਨੂੰ ਤਾਂ ਤੂੰ ਗਣੀ ਨਾ, ਉਹ ਤਾਂ ਰੋ ਪਈ ਸੀ। ਚਲ ਦੂਜੀ ਦਾ ਨਾਂ ਦੱਸ ਦੇ। ਨਾਂ ਕੀ ਰੱਖਿਆ? ਗੋਲ ਗੱਪੇ ਛਕੋ।
गोलगप्पे मैं मुंह तो खाने नाम मैं करना तो सुनना दस दे ਮੈਂ ਤਾਂ ਨਾ ਮੂੰਹ 'ਚ ਦੱਸਣਾ ਨਾ ਮੈਨੂੰ ਤਾਂ ਖਾਣ ਦੇ ਵਾਏ ਨਾਂ 'ਚ ਰੱਖਿਆ ਕੀ ਆ ਉਹਦਾ ਨਾਂ ਤੋਂ ਯਾਦ ਆਇਆ ਤੇਰਾ ਨਾਂ ਕੀ ਆ गल ना बदल ਤੁਹਾਡੇ ਅੰਬਰਸਰ ਵਾਲੇ ਦੀ ਆਹੀ ਪ੍ਰੋਬਲਮ ਹੈ ਕੋਈ ਵੀ ਸਵਾਲ ਕਰੋ ਟੇਡਾ ਜਵਾਬ ਨਾ ਦੱਸ ਸੂੰਚੀ ਆ ਕੀ ਹੈ ਨਾਂ ਹੈ ਕੁੜੀ ਦਾ ਹਲੇ ਹੱਸਣ ਵਾਲੀ ਕੀ ਗੱਲ ਆ ਚੱਲ ਚਿੱਬੜ ਜੀ ਕਿੱਥੇ ਮਿਲਿਆ ਸੀ ਉਹਨੂੰ ਅੰਮ੍ਰਿਤਸਰ ਅੰਬਰਸਰ ਚ ਚਾਈਨੀਜ਼ ਕੁੜੀ ਹਾਂ ਉਹ ਪੰਜਾਬੀ ਫੋਕ ਤੇ ਰਿਸਰਚ ਕਰਨ ਆਈ ਸੀ ਫੇਰ ਕਰਾਤੀ ਸੋਹਣੀ ਸੀ ਅੱਗ ਸੀ ਅੱਗ ਛੋਟੀਆਂ ਛੋਟੀਆਂ ਅੱਖਾਂ ਪਿਆਰੀ ਜੀ ਸਮਾਈਲ ਲੰਮੇ ਲੰਮੇ ਵਾਲ ਹਿਰਨੀ ਵਰਗੀ ਚਾਲ ਤੈਨੂੰ ਉਹਦੀ ਲੈਂਗੁਏਜ ਕਿੱਦਾਂ ਸਮਝ ਆਉਂਦੀ ਸੀ ਯਾਰ ਪਿਆਰ ਦੀ ਕੋਈ ਭਾਸ਼ਾ ਥੋੜੀ ਹੁੰਦੀ ਆ ਮੰਨਿਆ ਉਹਦੀਆਂ ਅੱਖਾਂ ਘੱਟ ਖੁੱਲਦੀਆਂ ਸੀ ਪਰ ਫਿਰ ਵੀ ਅਸੀਂ ਅੱਖਾਂ ਨਾਲ ਵਾਹ ਹੀ ਗੱਲਾਂ ਕਰਕੇ ਹਾਊ ਸਵੀਟ ਅੱਛਾ ਤੁਹਾਡੇ ਦੋਵਾਂ ਚ ਪਹਿਲਾਂ ਪਿਆਰ ਕਿਹਨੂੰ ਹੋਇਆ ਪਹਿਲਾਂ ਤਾਂ ਮੈਨੂੰ ਹੀ ਹੋਇਆ ਸੀ ਘੰਟੇ ਕੁ ਬਾਅਦ ਉਹਨੂੰ ਹੋ ਗਿਆ ਤੇਰੇ ਤੋਂ ਕੋਈ ਇੰਪ੍ਰੈਸ ਕਿਵੇਂ ਹੋ ਗਿਆ ਵੈਸੇ ਤਾਂ ਕੁੜੀਆਂ ਕਮਲੀਆਂ ਹੀ ਹੁੰਦੀਆਂ ਪਰ ਇਹ ਸਿਆਣੀ ਸੀ ਇਹਨੂੰ ਮੇਰੇ ਗੀਤ ਪਸੰਦ ਸੀ ਤੂੰ ਗਾਉਂਦਾ ਮੈਂ ਕਿਉਂ ਨਹੀਂ ਗਾਇਆ ਅੰਦਰਲੀਆਂ ਫੀਲਿੰਗਸ ਨਹੀਂ ਜਾਗਣ ਡੀਆਂ ਜਦੋਂ ਜਾਗ ਗਈਆਂ ਗਾਣਾ ਪੂਰਾ ਬਾਹਰ ਆ ਜੂ ਵੈਸੇ ਤੂੰ ਗਾਉਂਦਾ ਬਹੁਤ ਸੋਹਣਾ ਹੈ ਅੱਜ ਕੱਲ੍ਹ ਇਹੋ ਜਿਹੇ ਮੁੰਡੇ ਮਿਲਦੇ ਕਿੱਥੇ ਜਿਹੜੇ ਕੁੜੀਆਂ ਲਈ ਗੀਤ ਲਿਖਦੇ ਨੇ ਨਹੀਂ ਲਿਖਦੇ ਤਾਂ ਬਥੇਰੇ ਨੇ ਪਰ ਕੋਈ ਸੁਣਦੀ ਨਹੀਂ ਕਿਉਂ ਕੁੜੀਆਂ ਨੂੰ ਮੁੰਡਿਆਂ ਦੀ ਫੀਲਿੰਗਸ ਨਾਲੋਂ ਜ਼ਿਆਦਾ ਨਾ ਪੈਸਾ ਚਾਹੀਦਾ ਇਹਦੇ ਚ ਗਲਤ ਕੀ ਆ ਹਰ ਕੁੜੀ ਨੂੰ ਸਿਕਿਉਰਿਟੀ ਚਾਹੀਦੀ ਆ ਮੁੰਡੇ ਸਰਕਾਰੀ ਸਬਸਿਡੀ ਤੇ ਚੱਲਦੇ ਆ ਉਹ ਗੱਲ ਨਹੀਂ ਆ ਪਰ ਅੱਜ ਕੱਲ੍ਹ ਹਰ ਕੋਈ ਪੁੱਛਦਾ ਹੈ ਸੁੰਚੀ ਨੇ ਵੀ ਪੁੱਛਿਆ ਹੋਣਾ ਕਿ ਫਿਊਚਰ ਪਲੈਨਿੰਗ ਕੀ ਆ ਹਾਂ ਤੇ ਮੈਂ ਉਹਨੂੰ ਦੱਸਤਾ ਸੀਗਾ ਵੀ ਮੈਂ ਵਿਆਹ ਤੋਂ ਬਾਅਦ 2 ਨਿਆਣੇ ਕਰਨੇ ਚਾਹੁੰਦਾ ਇਹ ਫੈਮਿਲੀ ਪਲੈਨਿੰਗ ਆ ਫਿਊਚਰ ਪਲੈਨਿੰਗ ਦੀ ਗੱਲ ਚੱਲ ਰਹੀ ਹੈ ਨਿਆਣੇ ਚਾਹੀਦੇ ਹਰ ਕੋਈ ਪੁੱਛਦਾ ਯਾਰ ਕਿ ਕਿੰਨਾ ਕਮਾਉਣਾ ਹੈ ਕਿੰਨਾ ਪੜਿਆ ਹੈ ਤੈਨੂੰ ਮੇਰੀ ਸ਼ਕਲ ਦੇਖ ਕੇ ਕੀ ਲੱਗਦਾ ਮੈਂ ਕਿੰਨਾ ਕੁ ਪੜਿਆ ਲਿਖਿਆ ਆ ਮੈਂ ਰਹਿਣ ਦੇ ਬਸ ਫਿਰ ਬੇਇੱਜ਼ਤੀ ਕਰੇਂਗੀ ਮੇਰੀ ਹਾਂ ਵੈਸੇ ਤੂੰ ਕਰਦਾ ਕੀ ਹੈ ਜਿਹੜਾ ਸੂਤ ਆ ਜੇ ਪੰਜਾਬੀ ਕਲਾਕਾਰਾਂ ਦੇ ਫੇਸਬੁੱਕ ਦੇ ਉੱਤੇ ਲਾਈਕ ਵਧਾਉਣਾ ਤੇ YouTube ਦੇ ਉੱਤੇ ਵਿਊ ਆ ਕਿਹੋ ਜਿਹਾ ਕੰਮ ਹੋਇਆ ਉਹ ਪੰਜਾਬੀ ਇੰਡਸਟਰੀ ਤਾਂ ਖੜੀ ਇਹਦੇ ਤੇ ਆ ਲੈ ਪੰਜਾਬੀ ਇੰਡਸਟਰੀ ਤੋਂ ਯਾਦ ਆ ਗਿਆ ਬੀਨੂ ਢਿੱਲੋਂ ਦੇ ਫੇਸਬੁੱਕ ਦੇ ਉੱਤੇ ਲਾਈਕ ਵਧਾਉਣੇ ਸੀ ਓਲੇ ਹਾਂਜੀ ਭਾਜੀ ਉਹ ਬੀਨੂ ਢਿੱਲੋਂ ਨੇ ਇੱਕ ਫੇਸਬੁੱਕ ਦੇ ਉੱਤੇ ਫੋਟੋ ਪਾਈ ਆ ਅੱਛਾ ਜੀ ਉਹਦੇ ਤੇ ਕਮੈਂਟ ਸੈੱਟ 500 ਆ ਤਸਰਾ ਟੋਟਾ ਬਾਈ ਜੀ 21 ਤੋਂ ਘੱਟ ਲੱਗਦੇ ਹੋ ਭਾਜੀ ਉਹਨੇ ਤਾਂ ਫੋਟੋ ਹੀ ਬੜੀ ਗੰਦੀ ਪਾਈ ਜੇ ਯਾਰ ਤੈਂ ਉਹਦਾ ਰਿਸ਼ਤਾ ਕਰਾਉਣਾ ਵਾ ਆਪਾਂ ਨੂੰ ਪੈਸੇ ਆਏ ਨੇ 10000 ਲਾਈਕ ਦੇ ਸੈੱਟ ਫਟਾਫਟ ਕਮੈਂਟ ਠੀਕ ਹੈ ਭਾਜੀ ਤੂੰ ਤਾਂ ਨਹੀਂ ਵਧਾਉਣੇ ਲਾਈਕ ਲੁੱਕ ਨੋ ਥੈਂਕਸ ਮੈਨੂੰ ਲੋਕ ਪਹਿਲਾਂ ਹੀ ਬਹੁਤ ਲਾਈਕ ਕਰਦੇ ਨੇ ਉਹ ਤਾਂ ਹੈ ਫਿਰ ਬਣਾ ਲਿਆ ਸੁੰਚੀ ਨੇ ਸੁੰਚੀ ਕੌਰ ਨਹੀਂ ਉਹ ਵੀ ਰਵਾ ਕੇ ਭਜਾਤੀ ਸੀ ਉਹ ਵੈਸੇ ਚਲੀ ਗਈ ਸੀ ਫਿਰ ਕਿਸੇ ਹੋਰ ਨਾਲ ਦਿਲ ਨਹੀਂ ਜੋੜਿਆ ਕੋਈ ਮਿਲੀ ਨਹੀਂ ਜਿਹੜੀ ਸੂੰਚੀ ਵਰਗੀ ਹੋਵੇ ਕੋਈ ਮਿਲੀ ਨਹੀਂ ਕਿ ਤੂੰ ਕਿਸੇ ਹੋਰ ਵੱਲ ਵੇਖਿਆ ਨਹੀਂ ਸਾਡੀ ਜ਼ਿੰਦਗੀ 'ਚ ਸਾਨੂੰ ਹਰ ਚੀਜ਼ ਆਪਣੀ ਮਰਜ਼ੀ ਦੀ ਮਿਲ ਜਾਂਦੀ ਆ ਬਸ ਇੱਕ ਦਿਲ ਹੀ ਆ ਜਿਹੜਾ ਆਪਣੀ ਮਰਜ਼ੀ ਦਾ ਨਹੀਂ ਮਿਲਦਾ ਵੈਸੇ ਤੂੰ ਜਿੰਨਾ ਇਮੋਸ਼ਨਲ ਹੈ ਉਹਨਾਂ ਦਿਖਦਾ ਨਹੀਂ ਦਿਖਾਉਣ ਨੂੰ ਹੁਣ ਮੈਂ ਪੂੰਡ ਆਸ਼ਕਾਂ ਵਾਂਗੂ ਸੈਡ Song ਸੁਣਿਆ ਕਰਾਂ ਰਾਤ ਗਈ ਬਾਤ ਗਈ ਅੱਗੇ ਵਧੋ ਚੱਲ ਤੂੰ ਇਹ ਦੱਸ ਤੂੰ ਕਿਤੇ ਦਿਲ ਨਹੀਂ ਲਾਇਆ टाइम हो गया है मेरी शाम की ट्रेन है ਸਾਡੀ ਬੱਸ ਕਰਾ ਕੇ ਆਪਣੀ ਟ੍ਰੇਨ ਯਾਦ ਆ ਗਈ ਤੈਨੂੰ ਖਲੋ ਜਾ ਭੱਜਦੀ ਕਿੱਥੇ ਆ ਦੱਸ ਨਾ दिल लाना नहीं पैंदा लग जाता है ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਕੋਈ ਨਾ ਕੋਈ ਕਾਂਡ ਤਾਂ ਤੂੰ ਜ਼ਰੂਰ ਕੀਤਾ ਜਿਹੜਾ ਅੰਬਰਸਰੀਏ ਨੂੰ ਮਨਾ ਕਰਨ ਆ ਗਈ ਇਹੋ ਜਿਹੀ ਕੋਈ ਗੱਲ ਨਹੀਂ ਹੈ ਗੱਲ ਤਾਂ ਇਹੋ ਜਿਹੀ ਹੋਈ ਆ ਗਾੜੀ ਤੇਰੀ ਆਪਣੀ ਆ ਕਿਤੇ ਤੈਨੂੰ ਸਾਡੇ ਸ਼ਹਿਰ 'ਚ ਕੱਢੀ ਜਾਨੀ ਆ ਵੈਸੇ ਤੈਨੂੰ ਸਾਡੇ ਅੰਮ੍ਰਿਤਸਰ ਬਾਰੇ ਪਤਾ ਕੀ ਆ प्रिंस अंबरसर तो आ ਪ੍ਰਿੰਸ बॉयफ्रेंड ਹੋ ਫੇਰ ਤਾਂ ਤੂੰ ਇਸ ਰਿਸ਼ਤੇ ਨੂੰ ਪੱਕਾ ਹੀ ਮਨਾ ਕਰ ਦੇ ਐਵੇਂ ਕੱਲ ਨੂੰ ਆਪਣੇ ਘਰ ਵਾਲਿਆਂ ਨੂੰ ਚਾਰ ਕੇ ਪ੍ਰਿੰਸ ਨਾਲ ਕਾਫੀਆਂ ਪੀਂਦੀ ਫਿਰੇਂਗੀ हर चीज मजाक नहीं होती ਮਜ਼ਾਕ ਕੀ ਇਹਦੇ 'ਚ
ਇਹੋ ਜਿਹੇ ਕੇਸਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ। ਵਿਆਹ ਤੋਂ ਬਾਅਦ ਬੰਦੇ ਨੂੰ ਆਪਣੀ ਪੁਰਾਣੀ ਸਹੇਲੀ ਜਾਂ ਆਸ਼ਕ ਮਿਲ ਜੇ ਨਾ, ਉਹਦੇ ਲਈ ਦੀਵਾਲੀ ਤੋਂ ਵੱਡਾ ਤਿਉਹਾਰ ਹੁੰਦਾ। ਪਲੀਜ਼ ਬਕਵਾਸ ਕਰਨੀ ਬੰਦ ਕਰ ਦੇ। ਨੌਨਸੈਂਸ ਕਿਹਨੂੰ ਆਖਿਆ? ਤੈਨੂੰ। ਉਹ ਮੈਨੂੰ ਪਤਾ, ਪਰ ਆਖਿਆ ਕਿਉਂ? क्यों ना आका दिमाग खराब करके रखा हुआ है। सवेर तो पूछ रहा है कि अंबरसरिया नु मना करन क्यों आई है? इस करके मना करन आई है मैं। ਓਏ ਤੂੰ ਅੰਬਰਸਰੀਏ ਨੂੰ ਕੀ ਮਨਾ ਕਰੇਂਗੀ? ਮੈਂ ਜਾ ਕੇ ਉਹਨੂੰ ਕਹਿ ਕੇ ਆਉਂਗਾ ਕਿ ਤੇਰੇ ਵਿਆਹ ਦੇ ਉੱਤੇ ਮੈਂ ਚੈੱਕ ਕਰ ਲਿਆ, ਬਦਤਮੀਜ਼ ਕੁੜੀ ਹੈ, ਇੱਕ ਨੰਬਰ ਦੀ, ਕਿਸੇ ਕੰਮ ਦੀ ਨਹੀਂ, ਦਫਾ ਕਰ। ਤੇਰਾ ਰਿਸ਼ਤਾ ਤਾਂ ਹੁਣ ਮੈਂ ਤੜਾਉਂਗਾ। ਇਹ ਵੀ ਰੂਪੀ। यार प्लीज चुप कर जा, रो ना। मेरा मतलब वो नहीं सीगा, मेरा रिकॉर्ड खराब हो जाऊगा कि मैं हर एक कुड़ी रुवा देना। प्लीज यार तू सही बोलिया सी, मैं नॉनसेंस हाँ। मेरी आदत है बोलने दी, मजाक करना नहीं हटदा मैं। जो तू मेरे बारे सोचता सी तू बहुत उन कवर अप करने की कोशिश ना कर। सारे मुंडे इक्को ਜਿਹੇ ਹੁੰਦੇ ਆ, मेरी गलती है। सारे मतलब? सारे प्रिंस भी। हो तू ਉਹਦੇ ਕਰਕੇ ਰੋਈ ਆ? ਮੈਨੂੰ ਲੱਗਿਆ ਮੈਂ ਰੋਆਤੀ। ਯਾਰ ਕਪਲਸ ਦੇ ਵਿੱਚ ਤਾਂ ਛੋਟੀਆਂ ਮੋਟੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ। ਅੱਛਾ ਦੱਸ ਆਪਾਂ ਕੀ ਦਿਨ ਲੜਦੇ ਆ? मैं तो किसी नाल भी लड़ सकती हूँ। इधर आ। ਹਾਂ ਪਾਉ ਸੌਰੀ, ਹਿੱਲ ਗਈ ਅਣਜਾਣ ਬੰਦੇ ਨਾਲ ਕੌਣ ਲੜਦਾ ਹੁੰਦਾ? ਦੱਸ ਆਪਾਂ ਕਿਹਦੇ ਨਾਲ ਲੜਦੇ ਆ? ਮੈਨੂੰ ਨਹੀਂ ਪਤਾ। ਜਿਹਨੂੰ ਆਪਾਂ ਪਿਆਰ ਕਰਦੇ ਆ, ਜਿਹਦੇ ਤੇ ਸਾਨੂੰ ਵਿਸ਼ਵਾਸ ਹੁੰਦਾ ਜੇ ਕਿ ਸਾਨੂੰ ਛੱਡ ਕੇ ਨਹੀਂ ਜਾਊਗਾ। ਮੈਨੂੰ ਕਿਉਂ ਦੱਸ ਰਿਹਾ? ਤਾਂ ਕਿ ਤੇਰਾ ਮੂਡ ਠੀਕ ਹੋ ਜਾਏ, ਤੇਰਾ ਗੁੱਸਾ ਸ਼ਾਂਤ ਹੋ ਜਾਵੇ। ਪ੍ਰਿੰਸ ਵੀ ਤਾਂ ਤੈਨੂੰ ਇਹੀ ਸਮਝਾਉਂਦਾ ਹੋ। प्रिंस मेरी लाइफ तो जा चुके हैं। ਅਸੀਂ बहुत लड़ते सी, ਤੇ ਭਾਵੇਂ ਗਲਤੀ ਕਿਸੇ ਦੀ ਵੀ ਹੋਵੇ ਮਨਾਉਣਾ ਮੈਨੂੰ ਹੀ ਪੈਂਦਾ ਸੀ। ਸੌਰੀ ਤਾਂ ਮੈਂ ਹੀ ਕਹਿਣਾ ਹੈ। ਉਹਨੂੰ ਆਪਣੀ ਗਲਤੀ ਦਾ ਕਦੇ ਅਹਿਸਾਸ ਹੀ ਨਹੀਂ ਹੋਇਆ, ਕੋਈ ਗਿਲਟ ਨਹੀਂ। ਪਰ ਠੀਕ ਆ, ਮੈਂ ਵੀ ਇਨਸਾਨ, ਮੈਂ ਵੀ ਹਰਟ ਹੁੰਦੀ ਹਾਂ। फिर की टुट के ना टुट के की वापस जुड़न नु जी नहीं कीता, मुंह मोड़ के आ गई। सच्ची मैंने लग्या सी कि इस बार वो मनाउण आएगा, पर नहीं। मुंडे थी दा ही कोई पौधा। मेरी भी अपनी सेल्फ रिस्पेक्ट आ, मैं भी नहीं गई। ਛੱਡ, ਅਸੀਂ ਵੀ ਕਿਹੜੀਆਂ ਗੱਲਾਂ 'ਚ ਪੈ ਗਏ ਨਾ। ਯਾਰ ਤੂੰ ਇਮੋਸ਼ਨਲ ਕਿਉਂ ਹੋ ਰਿਹਾ? ਮੈਂ ਕੋਈ ਵਿਚਾਰੀ ਨਹੀਂ ਆ। ਤੇ ਆ ਜਿਹੜਾ ਕੁੜੀ ਰੋਂਦੀ ਹੋਈ ਦੇਖ ਕੇ ਤੁਸੀਂ ਮੋਢਾ ਆਫਰ ਕਰਦੇ ਹੋ ਨਾ, ਮੇਰੇ ਨਾਲ ਨਾ ਕਰੀ। ਮੈਂ ਆਪਦੇ ਆਪ ਨੂੰ ਸਾਂਭ ਲਾਂਗੀ। ਯਾਰ ਚੱਲ, ਲੇਟ ਹੋ ਰਿਹਾ। ਮੈਨੂੰ ਸਮਝ ਨਹੀਂ ਆ ਰਿਹਾ, ਜੇ ਤੂੰ ਰਿਸ਼ਤੇ ਬਾਰੇ ਇੰਨਾ ਜਾਣਦਾ ਫਿਰ ਤੇਰਾ ਸੁੰਚੀ ਨਾਲ ਵਿਆਹ ਕਿਉਂ ਨਹੀਂ ਹੋਇਆ? ਮੈਂ ਉਹਨੂੰ ਕਹਤਾ ਸੀ ਤੂੰ ਚਲੀ ਜਾ, ਤੇਰੇ ਵਰਗੀਆਂ ਮੈਨੂੰ ਬਥੇਰੀਆਂ ਮਿਲ ਜਾਣਗੀਆਂ। ਤੇ ਫਿਰ ਤੂੰ ਕਿਸੇ ਵੱਲ ਵੇਖਿਆ ਨਹੀਂ? ਤੈਨੂੰ ਇੱਕ ਕੰਪਲੀਮੈਂਟ ਦੇਵਾਂ? ਮੇਰੀ ਸਮਾਈਲ ਬਹੁਤ ਸੋਹਣੀ ਆ ਨਾ। ਜਦ ਤੂੰ ਸਮਾਈਲ ਕਰਦੀ ਹੈ ਨਾ, ਬਹੁਤ ਸੋਹਣੀ ਲੱਗਦੀ ਹੈ। ਸੁਮਚੀ ਨੂੰ ਕੀ ਛੱਡਿਆ? ਉਹ ਚਾਈਨੀਜ਼ ਸੀ ਤੇ ਡੈਡੀ ਹੁਣੀ ਕਹਿੰਦੇ ਵੀ ਚਾਈਨਾ ਦਾ ਮਾਲ ਘੱਟੇ ਚੱਲਦਾ। ਮਾਲ ਨਹੀਂ, ਕੁੜੀ ਸੀ ਉਹ। ਹਾਂ ਡੈਡੀ ਹੁਣੀ ਮਾਲ ਹੀ ਕਹਿੰਦੇ ਆ। ਗੱਲਾਂ ਬੜੀਆਂ ਟਾਲਦਾ ਹੈ ਤੂੰ। ਸੁੰਚੀ ਕਹਿੰਦੀ ਵਿਆਹ ਤੋਂ ਬਾਅਦ ਇਕੱਲੇ ਰਹਾਂਗੇ, ਮੰਮੀ ਡੈਡੀ ਤੋਂ ਬਿਨਾਂ। ਸਹੀ ਗੱਲ ਆ, ਇਹਦੇ 'ਚ ਗਲਤ ਕੀ ਆ? ਸਾਰੀਆਂ ਇੱਕੋ ਜਿਹੀਆਂ ਹੁੰਦੀਆਂ। ਵਿਆਹ ਤੋਂ ਬਾਅਦ ਲੜਨ ਤੋਂ ਚੰਗਾ ਪਹਿਲਾਂ ਹੀ ਅਲੱਗ ਹੋ ਜਾਓ। ਯਾਰ ਇੱਕ ਨਵਾਂ ਰਿਸ਼ਤਾ ਬਣਾਉਣ ਦੇ ਲਈ ਪੁਰਾਣਾ ਰਿਸ਼ਤਾ ਤੋੜ ਦਈਏ? ਕੁੜੀ ਵੀ ਤਾਂ ਘਰ ਛੱਡ ਕੇ ਆਉਂਦੀ ਹੈ। ਯਾਰ ਇਹ ਰੀਤ ਤਾਂ ਪੁਰਾਣੀ ਚੱਲਦੀ ਆ ਰਹੀ ਆ। ਹਾਂ ਤੇ ਰੀਤ ਵੀ ਤਾਂ ਆਪਾਂ ਹੀ ਬਣਾਈ ਆ, ਨਵੀਂ ਰੀਤ ਬਣਾ ਲੈਣੇ ਆ ਕਿ ਮੁੰਡਾ ਕੁੜੀ ਦੋਨੋਂ ਘਰ ਛੱਡ ਕੇ ਆਉਣਗੇ। ਤੇਰਾ ਦਿਮਾਗ ਹਿੱਲ ਗਿਆ। ਉਧਰੋਂ ਡੋਲੀ 'ਚ ਕੁੜੀ ਰੋਂਦੀ ਆਵੇ, ਇਧਰੋਂ ਮੁੰਡਾ। ਲੋਕ ਕਹਿਣਗੇ ਵਿਆਹ ਕਰਾ ਕੇ ਦੋਨੇ ਰੋਣ ਡਏ ਹੋ, ਕੀ ਫਾਇਦਾ ਵਿਆਹ ਕਰਾਉਣ ਦਾ? ਆਪੋ ਆਪਣੇ ਘਰੇ ਬੈਠੋ। ਮੈਂ ਘਰਦਿਆਂ ਨੂੰ ਛੱਡਣ ਲਈ ਕਹਿ ਰਹੀ ਹਾਂ। ਤਿਉਹਾਰ ਤੇ ਫੰਕਸ਼ਨਸ ਤੇ ਸੁੱਖ ਦੁੱਖ 'ਚ
ਕਦੀ ਅਸੀਂ ਉਹਨਾਂ ਦੇ ਘਰੇ ਕਦੀ ਉਹ ਸਾਡੇ ਘਰੇ। ਇਹ ਕਾਹਦਾ ਘਰ ਰਹਿ ਗਿਆ? ਪੇਕੇ ਹੋ ਗਏ ਸਾਡੇ। ਹਾਂ ਤੇ ਸਾਡੇ ਵੀ ਤਾਂ ਨੇ। ਜੋ ਕੁੜੀ ਤੋਂ ਐਕਸਪੈਕਟ ਕਰਦੇ ਹੋ ਆਪ ਵੀ ਕਰ ਲਓ। ਤੇਰਾ ਕਹਿਣ ਦਾ ਮਤਲਬ ਜਿਨ੍ਹਾਂ ਨੇ ਸਾਨੂੰ ਪੜ੍ਹਾ ਲਿਖਾ ਕੇ ਵੱਡੇ ਕੀਤਾ, ਪਾਲਿਆ ਪੋਸਿਆ, ਤੁਹਾਡੇ ਚੱਕਰ 'ਚ ਅਸੀਂ ਉਹਨਾਂ ਨੂੰ ਛੱਡ ਕੇ ਆ ਜਾਈਏ? ਕੁੜੀਆਂ ਨੂੰ ਮੁੰਡਿਆਂ ਨਾਲੋਂ ਜ਼ਿਆਦਾ ਪਿਆਰ ਨਾਲ ਪਾਲਿਆ ਜਾਂਦਾ ਹੈ, ਸੈਂਸਿਟਿਵ ਹੁੰਦੀਆਂ, ਫਿਰ ਵੀ ਘਰ ਛੱਡ ਕੇ ਆਉਂਦੀਆਂ ਨੇ ਨਾ। ਬੈਠੀ ਰਹਿਣ ਫਿਰ ਆਪਦੇ ਘਰੇ, ਤੂੰ ਗੱਲਾਂ ਹੋਰੇ ਪਾਸੇ ਲੈ ਗਈ। ਠੀਕ ਆ ਫਿਰ, ਵੈਸੇ ਸਹੀ ਕਹਿੰਦੇ ਨੇ ਲੋਕ, ਵਿਆਹ ਉਹਦੇ ਨਾਲ ਕਰਨਾ ਚਾਹੀਦਾ ਜਿਹਦੇ ਨਾਲ ਸੋਚ ਮਿਲੇ। ਅੱਛਾ ਸੁਮਚੀ ਨੇ ਤੇਰੇ ਨਾਲ ਵਿਆਹ ਨਹੀਂ ਕਰਾਇਆ। ਪ੍ਰਿੰਸ ਤਾਂ ਸੂਚੀ ਤੋਂ ਵੀ ਚੰਗਾ ਰਿਹਾ ਜਿਹੜਾ ਉਹਨੇ ਤੈਨੂੰ ਛੱਡਤਾ। ਕੀ ਕਿਹਾ? ਤੇਰੇ ਵਰਗੀਆਂ ਹੁੰਦੀਆਂ ਨੇ ਜਿਹੜੀਆਂ ਘਰ ਪੜਦੀਆਂ ਨੇ। ਜੇ ਮੁੰਡਿਆਂ ਦੀ ਸੋਚ ਤੇਰੇ ਵਰਗੀ ਹੁੰਦੀ ਹੈ ਨਾ ਤਾਂ ਕੁੜੀਆਂ ਨੂੰ ਮੁੰਡਿਆਂ ਨਾਲ ਵਿਆਹ ਕਰਾਉਣਾ ਹੀ ਨਹੀਂ ਚਾਹੀਦਾ। ਤੁਸੀਂ ਇੱਕ ਕੰਮ ਕਰੋ, ਮੁੰਡੇ ਆਪਸ 'ਚ ਵਿਆਹ ਕਰਾ ਲਿਆ ਕਰੋ। ਹੁਣ ਤਾਂ ਕਾਨੂੰਨ ਵੀ ਬਣ ਗਿਆ। ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਵੀ ਤੂੰ ਵੀ ਕੁੜੀ ਭਾਲਣ ਦੀ ਹੈ, ਤਾਂ ਹੀ ਰਿਸ਼ਤੇ ਨੂੰ ਨਾ ਕਰਨਾ ਹੀ ਹੈ। ਸ਼ਟ ਅਪ, ਤੇਰੀ ਬੈਟਿੰਗ ਆ ਗਈ ਹੋਣੀ। ਪਲੀਜ਼ ਦਫਾ ਹੋ ਜਾ। ਮੈਂ ਆਪਣੇ ਮੋਟਰਸਾਈਕਲ ਦੀ ਪਿਛਲੀ ਸੀਟ ਟਿਪਟਾ ਦੇਣੀ ਆ। ਨਾ ਸੀਟ ਹੋਊਗੀ ਤੇ ਨਾ ਤੇਰੇ ਵਰਗੀ ਕੋਈ ਬੈਠੂਗੀ। ਮੈਂ ਇਕੱਲੇ ਬਹਿ ਕੇ ਸੋਚਿਆ, ਤੇਰੇ ਸ਼ਬਦਾਂ ਦੇ ਪਿੱਛੇ ਤੇਰੀ ਗੱਲ ਦਾ ਮਤਲਬ ਕੁਝ ਹੋਰ ਸੀ। ਤੂੰ ਮਾਂ ਪਿਓ ਛੱਡਣ ਨੂੰ ਨਹੀਂ ਕਹਿੰਦੀ, ਤੂੰ ਰਿਸ਼ਤੇ 'ਚ ਬਰਾਬਰੀ ਚਾਹੁੰਦੀ ਹੈ। ਜੋ ਕੁੜੀਆਂ ਕਰ ਸਕਦੀਆਂ ਨੇ ਉਹ ਮੁੰਡਿਆਂ ਨੂੰ ਵੀ ਕਰਨਾ ਚਾਹੀਦਾ। ਸੌਰੀ। ਥੈਂਕ ਯੂ ਮੈਨੂੰ ਸਮਝਣ ਲਈ। ਗੱਲ ਨਾਲ ਜਾਂ ਵੱਖ ਰਹਿੰਦੀ ਨਹੀਂ ਆ, ਗੱਲ ਦਿਲਾਂ 'ਚ ਪਿਆਰ ਦੀ ਆ। ਥੈਂਕ ਯੂ। बाबा जी, बाबा जी, बाबा जी, बाबा जी मैनू भी थपकी दे दीजिए। हाँ। मैनू पता नहीं लग रहा, बहुत परेशान हाँ। सवेरे से सवारी बैठती है और उठ के भज जाती है। सवारी उठ के भज जाती है? जी जी, और 1 रुपया नहीं कमाया, ऊपर से 5 चपेड़ा और हमको रख दिया यहाँ पे। चपेड़ा? अरे मेरा दिमाग खराब हो गया और की दसा। ਇਹਦੇ ਤੇ ਕੁਛ है? हाँ ते इसलिए नहीं आया बाबा जी, आपसे चक्का ग्रीस थोड़ी न करवाने हैं। अच्छा ये दस, सवेरे किते तू नींबू तो नहीं लंघिया? हाँ सब्जी मंडी तो गया सी, आलू सी, बैंगन सी, गोभी सी, भिंडी सी, नींबू तो होने ही है, उसमें कौन सी रोक लगाई हुई है? बस नींबू तो निकल के तेरे रिक्शे ते बैठ गई चड़ेल। चुड़ैल और होर नहीं किसी ਨੂੰ बैठਣ ਦਿੰਦੀ ਉਹ ਜਮਾ ਨਹੀਂ। नींबू दे अंदर चुड़ैल बैठ दी। बाबा जी कुछ करो, मेरे बीबी बच्चे सारे भूखे मर जाएंगे। हाँ बोल। शामी करे जल्दी आ जाओ, राती विआह ते जाना है। 7 बचन नाले मैनू नवा सूट भी चाहिदा है। मिल जू वो भी मिल जू। बाबा जी मैनू दसो ये चुड़ैल कैसे जाएगी? फिकर ना कर, मेरी ਉਹਦੇ ਨਾਲ ਗੱਲ ਹੋ ਗਈ ਹੈ। ਗੱਲ ਹੋ ਗਈ? ਕੀ ਬੋਲੀ? सूट मंगदी है वो भी नवा। मेरी घरवाड़ी के पास नई सिल्क साड़ी पई है, पहन लेगी। गल करो। साड़ी पाएंगी? साड़ी नहीं, मैं तो प्लाजो पाना है, वो भी कढ़ाई वाला। रखती हूं फोन। प्लाजो सूट मंगदी है अगली, वो भी कढ़ाई वाला। अब आज तो खाली चपेड़ खाए हैं, कल कमाएंगे तो लाके दे देंगे, पक्का वादा। गल करो। कल की ने देखे है सूट तो उन्हें अज पाने, शाम तक तो उन्हें मैनू चिंबड़ जाने। एक नींबू कितना नुकसान कर गया मेरा। फिकर ना कर, आज तो मैं सूट ना सांभ लेना है, गां नू नींबू नांबू देख के लंगी। जा अब जाऊं? जा। इधरों राइट ले। की होया? राइट राइट ले। ओके। ओ तो राइट। रुक। चल मैं दस दिया। सीधा। रुक। की होया? बस। कौन सी? प्रिंस का घर। प्रिंस की कर रहे? मैं पहचान नू कह रही हूं। मैनू भी सेवा दा मौका दे। छेती
छेती कर बजा 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 फोन आ गया फोन कट गया चल बोल लेदा इसे मैं तेरा फोन यूज कर सकती हूँ हाँ थैंक यू ਚੱਕਿਆ ਨਹੀਂ ਬਿਜ਼ੀ ਜਾ ਰਿਹਾ ਹੈ ਕੀ ਪਤਾ ਵਿਚਾਰਾ ਤੇਰਾ ਫੋਨ ਟਰਾਈ ਕਰਦਾ ਹੋਵੇ ਛੱਡ ਵੈਸੇ ਜਦੋਂ ਮੈਂ ਅੰਮ੍ਰਿਤਸਰ ਆਈ ਸੀ ਮੈਂ ਸੋਚਿਆ ਸੀ ਮੈਂ ਹਰਮੰਦਰ ਸਾਹਿਬ ਜ਼ਰੂਰ ਜਾਣਾ ਕਿੰਨੀ ਦੂਰ ਹੈ ਇੱਥੋਂ ਅੱਖਾਂ ਬੰਦ ਕਰੀਏ ਤਾਂ ਸਾਹਮਣੇ ਉਹਦਾ 15-20 ਮਿੰਟ ਪਰ ਉੱਥੇ ਜਾਣ ਤੋਂ ਪਹਿਲਾਂ ਤੈਨੂੰ ਇੱਕ ਸੂਟ ਲੈ ਕੇ ਦੇਵਾਂਗੇ ਪੰਜਾਬਣ ਜੱਟੀ ਬਣਾ ਕੇ ਲੈ ਕੇ ਜਾਵਾਂਗੇ ਕਿ ਅੱਛਾ ਚੱਲ की होया मैं सूट लेने आया आप ये नींबू हटा दो नींबू तेनू की कहंदा है आ जा अंदर नहीं आप हटा दो कि नहीं हटा दो नहीं तो मैं दूसरी शॉप पे जा रहा हूँ अच्छा मैं उतार देना आ जा अंदर मेरा कोई कसूर नहीं है आपके लिए कर रहा चल अंदर चल चल सत श्री अकाल हाँ भाई दस की लेना अब मैनू कोई प्लाजो दिखा दो सस्ता वाला बस होना चाहिए कढ़ाई वाला प्लाजो साइज दस केड़ा है साइज कैसे दसे जिसने पहनना है उसको देखा नहीं हाँ कोई भी फ्री साइज दिखा दो तुझसे सोनू हाँ जी बाबूजी प्लाजो लेके आओ नवे फैशन दे जैकलिन स्टाइल लो ये किन्ने दा है 2000 दा एक 2000 एक मिनट आ चाहिए ये चाहिए मैनू दसो प्लीज कौन सा चाहिए आपको ये वाला कि ये वाला प्लीज कितने चले पाजी मैं ट्राई करने जा रहा लेडी सूट ने ओके 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 है साला पागल हो गया देखी जे कदे चंडीगढ़ च एडे बड़े सूटां दी दुकान है नहीं नहीं ਉੱਥੇ ਤਾਂ ਕੋਈ ਸੂਟ ਪਾਉਂਦਾ ਹੀ ਨਹੀਂ ਨਾ ਕੋਈ ਵਧੀਆ ਜਿਹਾ ਸੂਟ ਦਿਖਾਓ ਅੰਬਰਸਰੀਆ ਹੁਣੇ ਲਓ ਜੀ ਬੈਠੋ ਤੁਸੀਂ ਜੋ ਲਿਆ ਅੰਬਰਸਰ ਵਾਲੇ ਸਪੈਸ਼ਲ ਸੂਟ ਲਿਆ ਫੜਾ ਅੰਮ੍ਰਿਤਸਰ ਦੇ ਸਪੈਸ਼ਲ ਸੂਟ ਵਾਹ ਮੈਨੂੰ ਤਾਂ ਆ ਸੋਹਣਾ ਲੱਗ ਰਿਹਾ ਹੈ ਨਾ ਬਹੁਤ ਫੱਬੂ ਤੇਰੇ ਤੇ ਟਰਾਈ ਕਰਾਂ ਹਾਂ ਟ੍ਰਾਇਲ ਰੂਮ ਕਿੱਧਰ ਹੈ ਇੱਧਰ ਭਈਆ ਹੋਣਾ ਆ ਖਾਲੀ ਹੋ ਗਿਆ ਜੀ ਇੱਧਰ ਟਰਾਈ ਕਰੋ ਤੁਸੀਂ ਆਈ ਕਿਵੇਂ ਲੱਗ ਰਹੀ ਆ ਆਪਣੀ ਜੀ ਲੱਗਦੀ ਹੈ ਅੰਬਰਸਰੀ ਸੂਟ ਪਾਇਆ ਨਾ ਇੱਥੇ ਦੀ ਲੱਗਣ ਦੀ ਹੈ तेरा फोन यूज कर ला तेरे कोल ही आ
सॉरी अगेन बिजी लंबी गल करदा मुंडा अच्छा दस इधर स्टेशन है ते इधर चौक चबूतरा किधर जाना एक कॉफी पिए एक क्यों दो कॉफियां पीवांगे ਤੂੰ ਤਾਂ ਕਹਿੰਦਾ ਸੀ 250 ਕਾਫੀ ਸ਼ਾਪ ਨੇ ਫਿਰ ਉੱਥੇ ਹੀ ਲੈ ਆਇਆ ਹੈ ਤਾਂ ਹੈਗੀਆਂ ਨੇ ਪਰ ਇਹ ਫਿਰ ਸਪੈਸ਼ਲ ਹੈ ਨਾ ਥੋੜੀ ਜੀ ਆ ਮਾਏ ਗੱਡੀ ਵਿੱਚ ਲਿਆ ਕੇ ਖਿਲਾਰਤੀ ਚੱਲ ਸ਼ਹਿਰ ਚਾਹੀਏ ਤਾਂ ਬਿਨਾਂ ਮਿਲੇ ਚਲੇ ਜਾਏਂਗੀ ਕੌਣ ਹੈ ਇਹ ਉਹ ਇਹਨੂੰ ਕੀ ਪੁੱਛਦਾ ਮੈਨੂੰ ਪੁੱਛ ਤੈਨੂੰ ਮੈਂ ਚੱਜ ਨਾਲ ਦੱਸਦਾ ਮੈਂ ਕੌਣ ਆ ਇੰਟਰੋਡਕਸ਼ਨ ਦਾ ਆਪਣੀ ਕਾਕਾ ਮੈਂ ਵੀ ਬਹੁਤ ਖਤਰਨਾਕ ਤਰੀਕੇ ਨਾਲ ਦਿੰਨਾ ਪ੍ਰਿੰਸ ਤੂੰ ਜਾ ਮੈਨੂੰ ਇੱਥੇ ਕੋਈ ਕੌਣ ਆ ਇਹ ਪ੍ਰਿੰਸ ਆ ਇਹ ਆ ਤੇਰੇ ਇੱਟ ਲੱਗੀ ਸੀ ਕਿ ਬੱਟਾ ਇੱਟ ਕਿਉਂ ਮੇਰੇ ਵਾਲੀ ਲੱਗੀ ਆ ਪ੍ਰਿੰਸ ਤੂੰ ਜਾ ਹੈ ਕੌਣ ਇਹ ਦੱਸ ਇਹਨੂੰ ਮੈਂ ਕੌਣ ਆ ਸੌਰੀ ਯਾਰ ਮੈਨੂੰ ਸੱਚੀ ਨਹੀਂ ਪਤਾ ਤੂੰ ਕੌਣ ਆ ਮੈਨੂੰ ਤਾਂ ਤੇਰਾ ਨਾਂ ਵੀ ਨਹੀਂ ਪਤਾ ਹਾਲ ਦੇਖ ਲੈ ਆਪਣਾ ਜਿਹਨੂੰ ਜਾਣਦੀ ਵੀ ਨਹੀਂ ਉਹਨਾਂ ਕੋ ਮੰਡੀ ਐ ਫਿਰ ਮੈਨੂੰ ਕਹਿਨੀ ਆ ਮੈਂ ਗਲਤ ਬੋਲਦਾ ਬੇਗਾਨੇ ਨਾਲ ਫਿਰਦੀਆਂ ਕਿਉਂਕਿ ਉਹਨਾਂ ਤੋਂ ਚੰਗਾ ਜਿਹਨਾਂ ਨੂੰ ਮੈਂ ਜਾਣਦੀ ਸੀ ਤੇਰੇ ਨਾਲ ਗੱਲ ਕਰਨੀ ਆ ਮੈਂ ਸੁਣਿਆ ਨਹੀਂ ਉਹਨੇ ਕਿਹਾ ਬਗਾਨਾ ਆਪਣਿਆਂ ਨਾਲੋਂ 100 ਗੁਣਾ ਚੰਗਾ ਕੋਈ ਗੱਲ ਨਹੀਂ ਕਰਨੀ ਉਹਨੇ ਤਰਨਾ ਤੇ ਤਰੋ ਇੱਥੋਂ ਪਲੀਜ਼ ਇਹ ਮੇਰਾ ਪਰਸਨਲ ਮੈਟਰ ਹੈ ਮੈਨੂੰ ਡਿਸਾਈਡ ਕਰਨ ਦਿਓ ਕਿ ਮੈਂ ਕਿਹਦੇ ਨਾਲ ਗੱਲ ਕਰਨੀ ਹੈ ਤੇ ਕਿਹਦੇ ਨਾਲ ਨਹੀਂ ਤੂੰ ਅੰਦਰ ਚੱਲ ਤੂੰ ਇੱਥੇ ਰੁਕ ਮੈਂ ਗੱਲ ਕਰਕੇ ਆਉਣੀ ਆ ਕੀ ਲੋੜ ਆ ਉਹਦੇ ਨਾਲ ਗੱਲ ਕਰਨ ਦੀ ਤੂੰ ਕਿਉਂ ਘਬਰਾਇਆ ਪਿਆ ਜੇ ਮਨਾ ਲਿਆ ਉਹਨੇ ਤੈਨੂੰ ਤੈਨੂੰ ਕੀ ਦੇਖ ਪ੍ਰਿੰਸ ਇੱਥੇ ਤੱਕ ਆਇਆ ਗੱਲ ਦਾ ਜਵਾਬ ਗੱਲ ਤੋਂ ਹੀ ਦੇਣਾ ਪੈਣਾ ਨਾਲੇ ਮੈਂ ਚੰਡੀਗੜ੍ਹ ਦੀ ਕੁੜੀ ਆ ਨਾ ਹੀ ਕਿਸੇ ਸਿਚੁਏਸ਼ਨ ਤੋਂ ਡਰਦੀ ਨਾ ਹੀ ਭੱਜਦੀ ਆ ਆਉਣੀ ਆ ਹਮੇਸ਼ਾ ਤੂੰ ਮਨਾਉਣ ਆਉਂਦੀ ਸੀ ਮੈਨੂੰ ਸੀ ਇਸ ਵਾਰ ਵੀ ਆਏਂਗੀ ਹੋਰ ਕੁਝ ਮੈਨੂੰ ਨਹੀਂ ਸੀ ਪਤਾ ਯਾਰ ਤੂੰ ਇੰਨੀ ਹਰਟ ਹੋ ਜਾਣਾ ਹੁਣ ਪਤਾ ਲੱਗ ਗਿਆ ਉਹ ਮਿੱਟੀ ਪਾ ਆਮ ਸੌਰੀ ਇਟਸ ਓਕੇ ਮੈਂ ਜਾਵਾਂ ਯਾਰ ਤੈਨੂੰ ਹੋਇਆ ਕੀ ਆ ਜਦ ਦੋ ਜਣੇ ਰਿਸ਼ਤੇ 'ਚ ਹੁੰਦੇ ਆ ਗਲਤੀਆਂ ਹੋ ਜਾਂਦੀਆਂ ਯਾਰ ਮੈਥੋਂ ਵੀ ਹੋ ਗਈ ਸਾਡੇ ਰਿਸ਼ਤੇ 'ਚ ਸਿਰਫ ਤੂੰ ਸੀ ਮੈਂ ਤਾਂ ਕਿਤੇ ਸੀ ਨਹੀਂ ਮੈਂ ਸੱਚੀ ਬਦਲ ਲੂੰਗਾ ਆਪਣੇ ਆਪ ਨੂੰ ਮੈਮ ਥੈਂਕ ਯੂ ਓ ਸਰ ਤੁਸੀਂ ਬਾਹਰ ਬੈਠੇ ਹੋ ਮੈਡਮ ਤਾਂ ਅੰਦਰ ਨੇ ਤੁਸੀਂ ਵੀ ਅੰਦਰ ਆ ਜਾਓ ਹਾਂ ਉਹ ਆਪਣੇ ਭਰਾ ਨਾਲ ਬੈਠੀ ਆ ਸਾਡੇ ਰਿਸ਼ਤੇ ਦੀ ਗੱਲ ਕਰਨ ਦੀ ਹੈ ਰਿਸ਼ਤੇ ਦੀ ਗੱਲ ਬੈਸਟ ਆਫ ਲੱਕ ਸਰ ਮੈਂ ਤੁਹਾਡੇ ਲਈ ਕਾਫੀ ਵਗੈਰਾ ਲੈ ਆਵਾਂ ਨਹੀਂ ਮੈਂ ਓਕੇ ਆ ਉਹਨਾਂ ਨੂੰ ਪੁੱਛ ਲਾ ਠੀਕ ਹੈ ਸਰ ਜੇ ਮੈਂ ਤੈਨੂੰ ਫਿਰ ਮਿਲ ਗਈ ਨਾ ਤੂੰ ਉਹ ਜਿਹਾ ਹੀ ਹੋ ਜਾਏਗਾ ਉਹ ਨਹੀਂ ਹੁੰਦਾ ਯਾਰ ਇੱਕ ਮੌਕਾ ਤਾਂ ਦੇ ਪ੍ਰਿੰਸ ਸਮਝਣ ਦੀ ਕੋਸ਼ਿਸ਼ ਕਰ ਬੰਦੇ ਦੀ ਬੇਸਿਕ ਨੇਚਰ ਕਦੇ ਨਹੀਂ ਬਦਲਦੀ ਹੁਣ ਮੈਂ ਤੇਰੇ ਕੋਲ ਨਹੀਂ ਆ ਤਾਂ ਕਰਕੇ ਤੇ ਰਿਕੁਐਸਟਾਂ ਪਾ ਰਿਹਾ ਹੈ ਜੇ ਮੈਂ ਤੇਰੇ ਨਾਲ ਹੁੰਦੀ ਤੂੰ ਕਦੇ ਇੰਨਾ ਪੋਲਾਈਟ ਹੋਣਾ ਸੀ ਯਾਰ ਤੂੰ ਸਮਝਣ ਕਿਉਂ ਨਹੀਂ ਡਈ ਮੈਂ ਸੱਚੀ ਤੈਨੂੰ ਬਹੁਤ ਪਿਆਰ ਕਰਦਾ ਜੇ ਮੇਰੇ ਤੇ ਨਹੀਂ ਨਾ ਯਕੀਨ ਮੇਰੇ ਯਾਰਾਂ ਨੂੰ ਪੁੱਛ ਲੈ ਇੱਕ ਵਾਰ ਵਾਹ ਪਿਆਰ ਤੈਨੂੰ ਹੈ ਦੱਸਣਗੇ ਤੇਰੇ ਯਾਰ ਨਸ ਵੀ ਉਹਨਾਂ ਕੀ ਵੱਡੀ ਸੀ ਮੈਂ ਮੈਮ ਕੀ ਲਿਆਵਾਂ ਤੁਹਾਡੇ ਲਈ ਨੋ ਥੈਂਕਸ
ਤੇ ਤੁਹਾਡੇ ਭਰਾ ਲਈ। ਉਹ ਤੂੰ ਭੱਜ ਜਾ ਓਏ, ਛੱਤਰ ਨਾ ਖਾਲੀ ਮੈਥੋਂ। ਸੌਰੀ ਸਰ। ਚੱਲ ਆਪਾਂ ਇੱਕ ਕੰਮ ਕਰਦੇ ਆ, ਤੂੰ ਹਲੇ ਕਿਸੇ ਨੂੰ ਵਿਆਹ ਲਈ ਹਾਂ ਨਾ ਕਰੀ। ਆਪਾਂ 6 ਮਹੀਨੇ ਇਸ ਰਿਸ਼ਤੇ ਨੂੰ ਦਿੰਨੇ ਆ। ਜਾਂ ਤੈਨੂੰ ਮੇਰੇ ਤੇ ਯਕੀਨ ਹੋ ਗਿਆ ਮੈਨੂੰ ਹਾਂ ਕਰ ਦੀ। ਸਰ ਮੈਨੂੰ ਨਹੀਂ ਲੱਗਦਾ ਤੁਹਾਡਾ ਕੰਮ ਬੰਨਾ ਜੇ, ਉਹਨਾਂ ਦਾ ਭਰਾ ਬੜਾ ਤਪਿਆ ਜੇ। ਚੰਗਾ ਹੀ ਹੈ ਜੇ ਤਪਿਆ, ਖੌਰੇ ਲੜੇ ਪੈਣ। ਫਿਰ ਚੰਗੀ ਰਹੇਗੀ ਜਿਵੇਂ ਜ਼ਹਿਰ ਖਾ ਲਿਆ। ਤੁਹਾਨੂੰ ਬੁਲਾ ਰਹੇ ਨੇ। ਸੌਰੀ ਆਪ ਸਮਝ ਨਹੀਂ ਆ ਰਿਹਾ ਕਿੱਦਾਂ ਹੋ ਗਿਆ। ਤੁਸੀਂ ਜਾ ਕੇ ਪਿੱਛੇ ਕੌਣ ਬੁਲਾ ਰਿਹਾ ਸੀ? ਉਹ ਅੱਛਾ ਉਹਨੂੰ ਬੁਲਾ ਰਹੇ ਸੀ। ਆਮ ਸੋ ਸੌਰੀ। ਤੁਸੀਂ ਜਾ ਕੇ ਟਰਾਈ ਕਰ ਲਓ। ਜਾਓ ਜਾਓ ਕੋਈ ਗੱਲ ਨਹੀਂ, ਮੈਂ ਇੱਥੇ ਵੇਟ ਕਰਦੀ ਹਾਂ। ਤੁਸੀਂ ਜਾ ਕੇ ਚਾਹ ਨਹੀਂ ਮੰਗਾ ਲਈ। ਹਾਂਜੀ ਖੂਬ ਤਾਂ ਸੀ ਅੱਜ। ਛੇਤੀ ਕਰ ਲਾ, ਛੇਤੀ ਕਰ ਲਾ, ਛੇਤੀ ਕਰ ਲਾ। ਨਾਲੇ ਤਾਂ ਕਹਿੰਦੀ ਸੀ ਮੈਂ ਭੱਜਦੀ ਨਹੀਂ ਗਈ। ਤੂੰ ਤਾਂ ਡਰ ਕੇ ਭੱਜ ਹੀ ਲਿਆ ਸੀ। ਡਾਂਡਰ ਨਾਲ ਕੋਈ ਗੱਲ ਨਹੀਂ ਹੈਗੀ। ਉਹ ਤਾਂ ਮੈਨੂੰ ਲੱਗਿਆ ਵੀ ਕੀ ਰੱਖਿਆ ਲੜਾਈਆਂ ਲੜਾਈਆਂ ਚ। ਹਾਂ रिक्शा रिक्शा। जी बाबूजी। रिक्शा जी। हस्पताल जाना है। अस्पताल जाना है, बैठो बाबूजी। हौली हौली लेके चली जी। मेरे ना मन के हिले हुए हैं। नहीं नहीं बाबूजी बिल्कुल चिंता ना करो, तुसी बिल्कुल 0 स्पीड पे चलूंगा। सवारी भगवान के बराबर होती है। आपको ऐसा लगेगा कि मासी कार में बैठे हो। मर्सिडीज। हाँ वही वही वही। सेट हो गए बाबूजी? हाँ। ये स्पीड ठीक है? हाँ। आराम से बस। ये ठीक है कि स्पीड? बिल्कुल ठीक है, बस यही ओके चिंता ना करो तुसी। सरदार जी नु फिर ले आई मैनू कुटवाने। रुकना यूटर्न है। मैनू प्रिंस ठीक नहीं लगता है, एक मेरी फिर सोच ला। ओ नहीं मेरा फोन। भाई मेरा मोटरसाइकिल निपट जू। दिमाग खराब है, मैं हिसाब ला ले। पागल है तू, चल सीधा चल और सीधा चला। चलता रहा हूं भाई मैं देख लेने के लाइसेंस का चल लाइसेंस का पासे हो जाओ, पासे हो जाओ, पासे हो जाओ, पासे पासे मैं तेनू जानता ही नहीं, मैं तेरी गल क्यों मानूं? जुत्ती बड़ी बोला मैं डरता तेनू कभी नहीं रोकूंगा। ओ मामा इलाके च बड़ी इज्जत है यार, वीर बन के खड़ जा। ओ कुछ ले दे के सेट कर ले। नहीं मैंने मैनू पैसे नहीं चाहिए। तू पुलिस वाला होके मैनू रिश्वत दे रहा है? शर्म नहीं आती? एक बारी काबू आ जा। जे पुत तेरा मॉडल ना खेलता तो मेरा नाम भी दलजीत सिंह ना सदी। बचा ले।
मेरे इलाके च पहुंच रहे हैं, सारे रास्ते ब्लॉक कर दो। ओके जनाब, ओके। ओ भैया चल, और रुकना नहीं, चल चल पीछे। ओ यार साडा कोई पुलिस मेरा फोन, एक मिनट मेरी बात सुनो। मेरा फोन चल पीछे। मेरे चाचा से चला गया। मैं इधर चाचे दा। अब उन्हें तो ना भूल गया सच्ची। चल हो पीछे। प्लीज मेरा फोन संगादी प्रवादी मदी सारे सही थे ऐसा। बाप रे बाप। अब सही स्पीड में छोड़ेंगे। मेहरबानी। चोर एक नंबर दे। तेनू की लगे से तू भाग जाएगा। पाजी मानने से पहले मेरी एक गल सुन लो। तुसी अंबरसर से हो? इस मैडम ने अंबरसर ਨੂੰ ਉਲਟਾ सीधा बोलिया, तामे इसनु उल्टा सीधा बोलिया। मेरी की गलती पाजी? वे नहीं है ਜਦੋਂ ਭਈਆ ਨਹੀਂ ਅੰਮ੍ਰਿਤਸਰ ਬਾਰੇ ਮਾੜਾ ਸੁਣ ਲਿਆ ਆ ਸਰਦਾਰ ਕਿਵੇਂ ਸੁਣ ਲੂਗਾ। शाबाश भैया शाबाश, प्राउड ऑफ यू। चल मेरा बोका निकल। चल मेरा फोन कितने मेरा फोन? 10 ये फोन है मेरे पास। तेरा फोन है? 1100 रुपये। चक मेरा फोन नहीं है। तू मेरा फोन भेज दो ना। तू मेरा फोन भेज दो। दे देना यार फोन। मैंने नहीं पता पाजी कितने है फोन। मैंने नहीं भैया। पता। ओ भैया स्ट्रीट को कब बंटी है? सीट पे चुड़ैल ने मन का हिला दिया। मिल गया। शाबाश भैया, अंबरसर बारे इतना ही विचार रखने ने। चल नंबर सही है, मेरी ट्रेन लंघ जू। जिंदा रहे। अरे बाप रे, ये फोन सीट के अंदर चुड़ैल बन के बैठा था। ओ मलका भैया उठो। बाबू, अब बाबूजी आप उठो। मैं सारे आपके गिरे मन के डलवा दूंगा। मैंने गलती। इतने बैठो। पीछे मैं इतने जाना सी बस। आप बैठो जी बाबूजी। ट्रेन आने ਨੂੰ 20-25 मिनट बाकी ने। मेरा एक काम करेगा? मैं इस च लिखता कि मैं ब्याह क्यों नहीं कराना। चबूतरे वाले नु दे दी। चौंक चबूतरा। ओके। ट्रेन भी आने वाली हुई है। ट्रेन भी आजकल शांति किथे आ? इन्ना तरौला पैण डिया। आ लोकां दी आवाज़ां, आ अनाउंसमेंटां, फोनां ਦੀਆਂ घंटियां खड़कन डियां। चल बाय। हथ ना मिला मेरे नाल, मैं तो कुड़ियां रवा देना। नहीं सच्ची, थैंक यू। बहुत वधिया लग्या तेनू मिलके। मेरा फोन। ऑफ कोर्स, पता ही नहीं लग गया। वैसे रखना रख ला, मैं तो लब्बे ही सी। लब्बी हुई चीज गवाई दी नहीं हुंदी। अपना नंबर तो दे जल्दी, मेरे फोन च बैटरी भी घट आ। मेरा नंबर की करना, आपां किहड़ा हुण मिलना। अज दा सारा दिन याद रखी। आ भी सियाणी गल कीती है तू। मैं बंदा ही सियाणा, सवेर दा तेरे नाल घुम रिहा, तेनू किते लग्या मैं शदाई हां? अच्छा, वो चौंक चबूतरे वाला फोन आया? नहीं आया, नॉट माई इंटरेस्टेड। ओनू पर्ची दे दी बस। यार पर्चियां पुर्चियां छड्ड, तू ओनू फोन करके ना कर दे। ना हुण मैं तेनू मिल ली, मैनू पता लग गया कि अंबरसर दे मुंडे बहुत इमोशनल हुंदे। मेरे तो नहीं होना फोन ते। हाँ, पर्ची वाला सिस्टम ही सही है। वैसे सवेर दे आपां दोनों इकट्ठे आ, सानू एक दूजे दा ना ही नहीं पता। ना की है तेरा? ना हैशटैग अंबरसरिया। ते तेरा?
चंडीगढ़ वाली। चल बाय बाय। हेलो। ओ हाय। जी मैं थोड़े घर आई सी, लॉक लग्या हुआ सी, आंटी ने दसिया। नहीं मैं तो ट्रेन स्टेशन पहुंच गया। 15-20 मिनट हैगे ट्रेन नू हजे। ओके ठीक है, स्टेशन दे बाहर मिलते हैं। बाय। उदास होया कि ਭਾਜੀ ਆਪਣੇ 2-3 ਪੇਜ ਹੈਕ ਕਰ ਲਏ ਕਿਸੇ ਨੇ। ਆਰਟਿਸਟ ਕਹਿੰਦੇ ਤੁਹਾਡਾ ਕੰਮ 'ਚ ਧਿਆਨ ਨਹੀਂ ਹੈਗਾ, ਪੈਸੇ ਮੰਗਣ ਡੇ ਨੇ ਵਾਪਸ। ਤੁਸੀਂ ਕਿੱਥੇ ਤੁਰੇ ਫਿਰਦੇ ਹੋ ਭਾਜੀ? ਧੱਕੇ ਖਾ ਰਹੇ हैं यार। चल तू फोन रख, 10 मिनट जा गया मैं। तू ਇੱਥੇ ਕਰਨ ਦੀ ਹੈ? ਉਹਦਾ ਫੋਨ ਆਇਆ ਸੀ। ਪ੍ਰਿੰਸ ਦਾ? ਤੂੰ ਫੇਰ ਮੰਨ ਗਈ? ਉਹਦਾ ਨਹੀਂ, ਚੌਕ ਚਬੂਤਰੇ ਵਾਲੇ ਦਾ। ਓਏ ਹੋਏ ਚੌਕ ਚਬੂਤਰੇ ਵਾਲੇ ਦਾ। ਐਕਟੀ ਤਾਂ ਬੋਲਿਆ ਵੀ ਸਹੀ। ਕੀ ਕਹਿੰਦਾ ਫਿਰ? ਕੁਛ ਨਹੀਂ, ਕਹਿੰਦਾ ਸਟੇਸ਼ਨ ਦੇ ਬਾਹਰ ਮਿਲਦੇ ਆ, ਵੇਟ ਕਰ। ਤੇ ਤੂੰ ਵੇਟ ਕਰਨ ਆ ਗਈ? 15-20 ਮਿੰਟ ਹੈਗੇ ਜੀ ਟ੍ਰੇਨ ਨੂੰ। ਇਹ ਗੱਲ ਕਰਨ ਨੂੰ ਵੀ ਠੀਕ ਲੱਗ ਰਿਹਾ ਸੀ। ਮੈਨੂੰ ਲੱਗਦਾ ਤੇਰੀ ਗੱਲ ਬਣ ਜਾਣੀ ਐ। ਇਹੋ ਜੀ ਕੋਈ ਗੱਲ ਨਹੀਂ। ਉਹਦਾ ਫੋਨ ਆਇਆ, ਕਹਿੰਦਾ ਮਿਲ ਲੈ। ਮੈਂ ਉਹੀ ਤਾਂ ਕਰਨ ਆਈ ਸੀ ਇੱਥੇ। ਤੇ ਫਿਰ ਪਰਚੀ ਪਾੜਦਾ? ਦੇਖ ਲਾ ਨਾ ਹੋਰ ਨੂੰ ਤਵੀਤ ਬਣਾ ਕੇ ਹੁਣ ਮੈਂ ਗਲ ਚ ਪਾ ਲਵਾਂ? ਚੰਗੀ ਭਲੀ ਚੰਡੀਗੜ੍ਹ ਜਾਂਦੀ ਜਾਂਦੀ ਵਾਪਸ ਮੁੜ ਆਈ। ਤੂੰ ਜ਼ਿਆਦਾ ਨਹੀਂ ਸੋਚ ਲੈਂਦਾ? ਹੋ ਆ ਗਿਆ। ਹਾਂ ਕਿੱਡਾ ਚਾਅ ਚੜਿਆ ਈ ਉਹਦੇ ਆਉਣ ਦਾ। ਐ ਕਰ ਫੋਨ ਕਰ ਲਾ, ਕਿਤੇ ਤੇਰੀ ਟ੍ਰੇਨ ਨਾ ਲੰਘ ਜੇ ਉਹਦੇ ਆਉਣ ਤੋਂ ਪਹਿਲਾਂ। ਕੀ ਹੋਇਆ? बैटरी खत्म। ਇੱਕ ਤਾਂ ਤੇਰਾ ਫੋਨ ਬੜਾ ਨਹਿਸ਼ਾ ਯਾਰ, ਕਦੇ ਇਹਦੀ ਬੈਟਰੀ ਮੁੱਕ ਜਾਂਦੀ ਹੈ, ਕਦੇ ਖੋ ਜਾਂਦਾ। ਤੂੰ ਇੱਕ ਕੰਮ ਕਰ, ਇਹਨੂੰ ਛੱਡ ਦੇ, ਮੈਂ ਚੱਕ ਲੂੰ। वेरी फनी। ਆ ਲੈ ਮੇਰੇ ਫੋਨ ਤੋਂ ਕਰ ਲੈ, ਤੇਰੇ ਨੰਬਰ ਤੋਂ ਬਾਅਦ ਉਹਦਾ ਹੀ ਡਾਇਲ ਹੈ। बिजी आ रहे हैं। अनाउंसमेंट भी होगी। छाड़ उनमें जानी है। बाय। एक मिनट, तेरे फोन च मेरा नंबर किवें आया? तू छाड़ ये दस, सेम फोन तो वही नंबर मिलाइए तो मिलता क्यों नहीं? एक फोन तो उसी फोन नहीं मिलूगा, इम्पॉसिबल। तू मिलाया सी 15 मिनट बाद एक नहीं 2 बार। तो चलेगी। इस फोन तो इसे फोन का नंबर तू आख्या ही ना, जो तेन समझे, जो तेन जाने, जिस नाल तेरे सोच विचार मिलन, ਉਹਦੇ ਨਾਲ ਵਿਆਹ ਕਰਾਏਂਗੀ। ਤੇ ਦੇਖ ਰੱਬ ਦੀਆਂ ਖੇਡਾਂ, ਮੇਰੇ ਕੋਲੇ ਆ ਕੇ ਮੇਰੇ ਹੀ ਘਰ ਦਾ ਐਡਰੈਸ ਪੁੱਛਣ ਲੱਗ ਗਈ। ਮੈਨੂੰ ਲੱਗਿਆ ਇਸ ਤੋਂ ਵਧੀਆ ਤਰੀਕਾ ਨਹੀਂ ਮਿਲਣਾ ਆਪਣੇ ਜੀਵਨ ਸਾਥੀ ਨੂੰ ਜਾਣਨ ਦਾ। ਮੈਂ ਤਾਂ ਤੈਨੂੰ ਫੋਟੋ ਤੇ ਪਸੰਦ ਕਰ ਲਿਆ ਸੀ, ਪਰ ਤੂੰ ਤਾਂ ਫੋਟੋ ਤੋਂ ਵੀ ਸੋਹਣੀ ਨਿਕਲੀ। ਵਿਆਹ ਕਰਾਏਂਗੀ ਮੇਰੇ ਨਾਲ? ਤੈਨੂੰ ਇੱਕ ਗੱਲ ਕਹਾਂ, मैं संगती बहुत सोना। ਜੋ ਤੂੰ ਸੰਗਦੀ ਹੈ ਬਹੁਤ ਸੋਹਣੀ ਲੱਗਦੀ। ਹੈਲੋ ਚਿਵੜੀ। ਜਾਂਦੀ ਜਾਂਦੀ ਅੰਮ੍ਰਿਤਸਰੀ ਨੂੰ ਜਵਾਬ ਤਾਂ ਦਿੰਦੀ ਜਾ ਵੀ ਤੇਰੀ ਹਾਂ ਹੈ ਕਿ ਨਾ। ਜੇ ਕੱਲ ਨੂੰ ਸਾਡਾ ਵਿਆਹ ਹੋ ਗਿਆ, ਤੂੰ ਤਾਂ ਵੀ ਅੰਮ੍ਰਿਤਸਰੀ ਕਹਿ ਕੇ ਆਪਣੀ ਨੱਕ ਉੱਚੀ ਰੱਖਣੀ? ਜੇ ਵਿਆਹ ਹੋ ਗਿਆ ਫਿਰ ਤਾਂ ਤੂੰ ਅੰਮ੍ਰਿਤਸਰ ਦੀ ਸਰਦਾਰ ਨਹੀਂ ਬਣ ਜਾਣਾ, ਤੈਨੂੰ ਵੀ ਅਣਖ ਰੱਖਣੀ ਪੈਣੀ ਆ। ਠੀਕ ਆ, ਫਿਰ ਤੈਨੂੰ ਵੀ ਚੰਡੀਗੜ੍ਹੀਆਂ ਦੇ ਜਵਾਈ ਹੋਣ ਦੀਆਂ ਸਾਰੀਆਂ ਸ਼ਰਤਾਂ ਨਿਭਾਉਣੀਆਂ ਪੈਣੀਆਂ। ਮੰਨ ਲਾਂਗੇ, ਪਰ ਪਹਿਲਾਂ ਇਹ ਗਾਰੰਟੀ ਤਾਂ ਦੇ ਵੀ ਮੈਂ ਚੰਡੀਗੜ੍ਹੀਆਂ ਦਾ ਜਵਾਈ ਬਣੂੰਗਾ। ਵੈਸੇ ਤੁਹਾਡੇ ਚੰਡੀਗੜ੍ਹ ਵਾਲਿਆਂ ਦੀਆਂ ਫਾਲਤੂ ਸ਼ਰਤਾਂ ਹੈ ਕੀ?
फालतू ਦਾ ਕੀ ਮਤਲਬ ਹੈ ਜੋ ਵੀ ਹੋਣਗੀਆਂ ਤੁਹਾਡੇ ਅੰਬਰਸਰੀਏ ਤੋਂ ਤਾਂ ਟੰਗ ਦੀਆਂ ਹੀ ਹੋਣਗੀਆਂ ਉਹ ਜਾ ਜਾ ਦੇਖ ਲੈ ਮੈਂ ਤੁਹਾਡੇ ਟੰਗ ਸਾਡੇ ਸ਼ਹਿਰ ਦੀ ਕੁੜੀ ਗਈ ਹੁੰਦੀ ਨਾ ਕਿਸੇ ਨੂੰ ਨਾ ਕਰਨ 5 ਮਿੰਟ ਚ ਕੰਮ ਨਿਬੜ ਕੇ ਮੁੜੇ ਆਉਂਦੀ ਤੇ ਤੂੰ ਸਵੇਰ ਦੀ ਆਈ ਹੋਈ ਆ ਸ਼ਾਮ ਹੋ ਗਈ ਹਲੇ ਵੀ ਪਤਾ ਨਹੀਂ ਹਾਂ ਹੈ ਕਿ ਨਾ ਅੱਛਾ ਤੇ ਮਤਲਬ ਤੁਸੀਂ ਜ਼ਿਆਦਾ ਸਿਆਣੇ ਹੋ ਨਾ ਫਿਰ ਤੁਸੀਂ ਘੱਟ ਸਿਆਣੇ ਹੋ ਅਸੀਂ ਕਮਲੇ ਆ ਨਾ ਫਿਰ ਪਾਗਲ ਹੋ ਤੁਹਾਡੇ ਤੋਂ ਤਾਂ ਚੰਗੇ ਆ 24 ਘੰਟੇ ਡਿਆੜਿਆ ਨਹੀਂ ਕਰਦੇ ਉਹ ਕੱਲ ਨੂੰ ਤੇਰੇ ਜਦੋਂ ਆਪਣੇ ਨਿਆੜੇ ਡਿਆੜਿਆ ਕਰਨਗੇ ਉਹਨਾਂ ਨੂੰ ਰੋਕ ਕੇ ਦਿਖਾਈ ਜਾਣ ਡਈ ਆ ਅੱਛਾ ਜਾਣ ਡਈ ਐ ਜਾ ਕੇ ਆਉਣ ਡਈ ਆ ਬਾਏ ਬਾਏ ਚਿਵੜੀਏ ਡਿਆੜਿਆ ਨਹੀਂ ਕਰਦੇ ਉਹ ਕੱਲ ਨੂੰ ਤੇਰੇ ਜਦੋਂ ਆਪਣੇ ਨਿਆੜੇ ਡਿਆੜਿਆ ਕਰਨਗੇ ਉਹਨਾਂ ਨੂੰ ਰੋਕ ਕੇ ਦਿਖਾਈ ਜਾਣ ਡਈ ਆ ਅੱਛਾ ਜਾਣ ਡਈ ਐ ਜਾ ਕੇ ਆਉਣ ਡਈ ਆ ਬਾਏ ਬਾਏ ਚਿਵੜੀਏ Students, the revolution of liberals 1848 में जो लिबरल्स हैं उन्होंने एक रिवोल्यूशन किया था उसके बारे में हम पढ़ेंगे. Parallel to the revolt of the poor, unemployment and starving peasants and workers in many European countries in the year 1848, a revolution led by the educated middle classes was underway. यानी किसान भी प्रोटेस्ट कर रहे थे, अनएम्प्लॉयमेंट भी थी, वर्कर्स भी प्रोटेस्ट कर रहे थे, पुअर भी प्रोटेस्ट कर रहे थे और साथ साथ में जो एजुकेटेड लोग भी थे उन्होंने भी प्रोटेस्ट करना स्टार्ट कर दिया. Event of the February in 1848 in France had brought about the abdication of the monarch and a republic based on universal male suffrage had been proclaimed. जो किंग था उसने अपने आप अपने पद को त्याग दिया और वहाँ पे जो मेल सफरेज यानी केवल पुरुषों को राइट टू वोट वहाँ दे दिया गया. In other part of the Europe were independent nation state did not yet exist. अभी तक जो है ये स्टेट्स नहीं बने थे, एग्जिस्ट नहीं करते थे. इनमें जर्मनी, इटली, पोलैंड, ऑस्ट्रिया, हंगरी और जैसे एम्पायर थे. मैन एंड वुमेन ऑफ द लिबरल मिडिल क्लास combined their demands for the constitutionalism with national unification. यानी जो कॉन्स्टिट्यूशन की डिमांडें थी इनके साथ उन्होंने यूनिफिकेशन को भी जोड़ना स्टार्ट कर दिया. They took the advantages of the growing popular unrest to push their demand for the criterion of nation state on parliamentary principle, a constitution, freedom of the press and फ्रीडम ऑफ द एसोसिएशन. लोगों ने नेशन डिमांड थी जो उसको उठाना स्टार्ट कर दिया. उसके साथ साथ उन्होंने प्रेस की स्वतंत्रता हो जिसमें और एसोसिएशन बनाने की फ्रीडम हो और अपने व्यूज हैं उनको एक्सप्लेन या एक्सप्रेस करने की स्वतंत्रता हो. इन द जर्मनी और जर्मन रीजन अ लार्ज नंबर ऑफ पॉलिटिकल एसोसिएशन whose members were middle class, professional, businessmen and prosperous artisans come together in the city of Frankfurt and decided to vote for all German Nation Assembly. यानी जर्मनी के जो लोग थे, राजनीतिक संगठन थे, फ्रैंकफर्ट शहर में एक मीटिंग बुलाई गई और जर्मन नेशन असेंबली के फेवर में उन्होंने जो है वोट करने का डिसीजन लिया. नेशनल Assembly. On 18th May 1848, 131 elected representatives marched in a festive procession to take their place in the Frankfurt Parliament, convened in the Church of the St. Paul. तो जो इलेक्टेड मेंबर थे जर्मन असेंबली के वो
831 हैं और वो अपने केवल एक झलूस जैसे निकालते हैं, रैली जैसे निकालते हैं। उस तरीके से जो सेंट पॉल चर्च था वहाँ पर अपना स्थान ग्रहण करने के लिए चल दिए। They drafted a constitution for the Greek nation to be headed by a monarch subject to the parliament. अब जो है ड्राफ्ट जो तैयार किया गया, ऐसा ड्राफ्ट तैयार किया गया जो राजा होगा वो इलेक्टेड मेंबर्स के अंडर होगा, जो पार्लियामेंट के मेंबर हैं उनके अंडर होगा। और इसके लिए उन्होंने सिफारिश भी की एक प्रकार से जो विलियम फोर्थ हैं उनसे कि आप हमारे राजा बन जाओ, बट उन्होंने इस प्रपोजल को क्या कर दिया, रिजेक्ट कर दिया और वो उन लोगों के साथ खड़ा हो गया जो इलेक्टेड असेंबली के अगेंस्ट थे। विद द अपोजिशन ऑफ द अरिस्टोक्रेसी एंड द मिलिट्री बिकेम स्ट्रोंगर, द सोशल बेसिस ऑफ पार्लियामेंट एरोडेड, यानी जो कुलीन वर्ग है उन्होंने विरोध कर ही दिया था और जो पार्लियामेंट्री गवर्नमेंट है उसका बेस कमज़ोर हो गया था। द पार्लियामेंट वॉज डोमिनेटेड बाय द मिडिल क्लास हु रिस्ट्रिक्टेड टू द डिमांड्स ऑफ द वर्कर आर्टिसियन एंड कॉन्सिक्वेंटली लॉस्ट देयर सपोर्ट। इस तरीके से जो गवर्नमेंट थी उसने अपने प्रभाव को कम कर दिया। जो मिडिल क्लास फैमिलीज थी उन्होंने जो है अपना समर्थन या सपोर्ट वापस ले लिया था। बाद में जो मिडिल क्लास फैमिली थी उन्होंने लोगों की यानी पीजेंट्स या वर्कर्स की डिमांड को भी इग्नोर करना स्टार्ट कर दिया था। इस तरीके से लास्ट में जो है आर्मी को बुलाया जाता है और असेंबली को डिसबैंड या डिसमिस कर दिया जाता है। द इश्यू ऑफ एक्सटेंडिंग द पॉलिटिकल राइट्स टू वुमेन वाज कंट्रोवर्शियल one within the liberal movement in which the large number of women had participated actively over the years। तो महिलाओं ने भी ज़बरदस्त जो है समर्थन दिया और मूवमेंट में उन्होंने भाग लिया उदारवादी आंदोलन में। in which large number of women had participated actively over the year, women had formed their own political association, founded in newspaper, taken a part in the political meetings and the demonstrations। अब महिलाओं ने अपने राजनीतिक क्लब बनाने शुरू कर दिए, अखबार निकालने शुरू कर दिए और जो मीटिंग्स थी उसमें भी भाग लेना उन्होंने स्टार्ट कर दिया। Suffrage rights during the election of the assembly, when the Frankfurt Parliament converted into the St. Paul's, women were admitted only as the observer to stand the visitors in the visitors gallery। जैसे ये दिखाया भी गया है, ये सेंट की जो है पार्लियामेंट है सेंट पॉल की और जो ये वुमेन्स वगैरह हैं इनको यहाँ दिखाया गया, यानी एक दर्शक के तौर पर उनको वहाँ बैठाया गया था, उनको राइट टू वोट नहीं दिया गया था। आगे दे रखा है, दो द कंजर्वेटिव फोर्सेस वर एबल टू सपोर्ट द लिबरल मूवमेंट्स इन 1848 दे कुड नॉट रिस्टोर द ओल्ड ऑर्डर। यानी जो कंजर्वेटिव ताकतें थी अब वो पहले की तरीके से तो वापस नहीं लौट सकती थी, जैसे कि राजा हो गया या फिर कलर्जी हो गए उस तरीके से। और वैसे भी जो किंग थे उनको ये बिल्कुल समझ में आ जाने लगा था कि जो लिबरल नेशनलिस्ट हैं या रिवोल्यूशनरी हैं उनको कुछ रियायतें दे के, उनको कुछ चीज़ें प्रोवाइड करवा के, कंसेशन दे के ही जो है इस जो एक प्रकार से प्रोटेस्ट था उसको क्या किया जा सकता, दबाया जा सकता था। इन द ईयर आफ्टर 1848 द ऑटोक्रेटिक monarch of Central and the Eastern Europe began to introduce the changes that had already taken place in the Western place before 1815। जो किंग थे इस एरिया के उन्होंने चेंजेस जो है स्टार्ट कर दिए थे जो 1815 से पहले ही लिए जा चुके थे। The referendum and the bonded labor were abolished both in the Habsburg dominion and in Russia। यानी एक प्रकार से बाउंड लेबर जब सफरेंडम था उसको जो है बैन कर दिया गया, रशिया वाला जो एरिया था हैब्सबर्ग का। द हैब्सबर्ग रूलर ग्रांटेड मोर ऑटोनॉमी टू द हंगरियंस इन 1867। तो जो हंगरियन है उनको ज़्यादा ऑटोनॉमी, ज़्यादा स्वतंत्रता उन्होंने दी है। स्टूडेंट्स, इट वाज ऑल ओवर अबाउट द
revolution of liberals. Greetings student, in this part we will discuss about a new conservatism after 1815. Conservatism का हमें पता ही है क्या, जैसे तीन चीज़ें हमने पढ़ी थी, कंजर्वेटिव, रेडिकल्स और लिबरल। तो उनमें से जो कंजर्वेटिव वो था जो पास्ट की चीज़ों में बिलीव करता था, पास्ट इन द सेंस जो उन्होंने इंजॉय किया था उन चीज़ों में तो डेफिनेटली वो बिलीव करेगा और वो चाहेगा कि सोसाइटी में चेंज ही ना हो किसी भी तरीके का। तो उसमें डेफिनेशन के तौर पर दिया भी है कंजर्वेटिज्म क्या, अ बिलीफ इन द प्रिजर्वेशन ऑफ ओल्ड ट्रेडिशन एंड द इंस्टीट्यूशन लाइक मोनार्की, चर्च, सोशल सेटअप, प्रॉपर्टी एंड द फैमिली। इन्हीं चीज़ों के बिलीव में था। अब 1815 के बाद की बात क्यों कर रहे हैं? 1815 तक जो है नेपोलियन है, 1815 में नेपोलियन को हरा दिया जाता है। 4 कंट्रीज मिलकर उसके अगेंस्ट फाइट करती हैं, ब्रिटेन, रसिया, प्रेसिया, ऑस्ट्रिया। इन चारों को डर लग रहा था कहीं ना कहीं नेपोलियन के ऊपर कंट्रोल नहीं किया गया तो वो उनके टेरिटरी को भी अपने टेरिटरी में यानी फ्रांस में ऐड कर लेगा। अकेले अकेले उसे जीतना पॉसिबल नहीं था। वोटरलू में ये सभी मिल गए और इन्होंने उसको हरा दिया। उसके बाद वोटरलू में एक मीटिंग होती है जिसको ट्रेटी ऑफ वियना बोला गया है। 1815 में ये हुई है। ऑस्ट्रिया के चांसलर ड्यूक मेटरनिक इसके होस्टर थे। उन्होंने इस मीटिंग को होस्ट किया था। नेपोलियन द्वारा जितने भी चेंजेस किए गए थे उन चेंजेस को रिमूव करना इसका प्राइमरी पर्पज था और भी बहुत सारे डिसीजन इसमें लिए गए थे। जो स्टेट्स नेपोलियन ने छीन लिए थे पड़ोसी देशों से, नेबरिंग कंट्रीज से, उनको वापस ले लिया गया। दोबारा से मोनार्की स्टैब्लिश कर दी गई। बुर्बो डायनेस्टी को वहां स्टैब्लिश कर दिया गया और जिन जिन एरियाज पर फ्रांस ने कब्जा कर लिया था वो उससे वापस ले लिए गए। फ्रांस की जो सीमाएं थी या बॉर्डर थे उसके ऊपर नए स्टेट्स बना दिए गए। नॉर्थ साइड में नीदरलैंड नाम का एक न्यू स्टेट बना दिया गया और उसमें जो है बेल्जियम भी शामिल था। साउथ में उसके पिडमोंट को जिनेवा में ऐड कर दिया गया। उसके पश्चिम डायरेक्शन की बात हम करें तो वहां पर भी जो है नए नए एरियाज को ऐड कर दिया गया। ऑस्ट्रिया को जो है नॉर्थ में इटली के कंट्रोल में दे दिया गया। मगर जो 39 स्टेट का एक यूनियन बनाया था उस यूनियन को सेम एज इट इज रखा गया। एक बार दोबारा से देख लेते हैं, मैं बता देता हूं। रिस्टोरेशन ऑफ बुर्बो डायनेस्टी हो गया। टेरिटरीज एक्वायर्ड बाय द टेकन बैक जो नेपोलियन ने ली थी। प्रिवेंटेड द फ्रेंच एक्सपेंशन इन द फ्यूचर, अब वो ज़्यादा आगे नहीं बढ़ पाएगा। प्रेसिया वॉज गिवन न्यू टेरिटरी ऑन द इट्स वेस्टर्न बॉर्डर इंक्लूडिंग सैक्सनीज। ऑस्ट्रिया कंट्रोल नॉर्दर्न इटली और नो चेंज इन जर्मन कन्फेडरेशन ऑफ 39 स्टेट। जो 39 स्टेट का एक ग्रुप बनाया गया था, बड़ा यूनियन बनाया गया था, उसमें कोई चेंज नहीं किया गया। और जो रसिया है उसको पोलैंड मिल गया। 1815 में जो गवर्नमेंट बनी है, अब ये फीचर्स ऑफ द कंजर्वेटिव रीजन्स बोल सकते हैं। ऑटोक्रेटिक है, नो टॉलरेंस टू क्रिटिसाइज एंड डिसेंट, बर्दाश्त नहीं करेगी क्रिटिसाइज करना गवर्नमेंट को। नो क्वेश्चनिंग अबाउट द गवर्नमेंट एंड सर्व द सेंसरशिप। अब न्यूज़पेपर वगैरह जो कुछ है उनके ऊपर भी पाबंदियां लगानी शुरू कर दी। जो कुछ भी प्रिंट होगा वो राजा की परमिशन से होगा, किंग की परमिशन से प्रिंट होगा। इतनी सारी चीजें पाबंदियां तो लगा दी, फिर भी लोगों के अंदर क्या हुआ? उन्होंने तो फ्रेंच रिवॉल्यूशन देखा था ना, वो जो मेमोरी थी उनके माइंड में थी। प्रोटेस्ट करना लोगों ने फिर भी जारी रखा। नाउ वी विल डिस्कस अबाउट द रिवोल्यूशनरीज, जो क्रांतिकारी थे। उन्होंने क्या किया? रिवोल्यूशनरीज ने क्या किया? Establishment of the secret society to spread the idea of nationalism and oppose the conservatism. सीक्रेट ग्रुप बना दिए गए, छुप छुप कर काम करना स्टार्ट कर दिया रिवोल्यूशनरीज ने, ताकि कंजर्वेटिव को वहां से भगाया जा सके। मेजिनी अपोज द मोनार्की। मेजिनी एक लीडर है,
उसने जो है उसके खिलाफ आवाज उठाई, कंजर्वेटिज्म के खिलाफ। जो जुप्से मेजिनी है ये इटली का रहने वाला है और इनका जन्म जो है जिनेवा में 1807 में हुआ था। कार्बोनेरी नेम का एक जो सीक्रेट ग्रुप इसने बनाया था और लिगुरिया रिवोल्यूशन हुआ था जब ये युवा था और उसमें इसको अरेस्ट करके जो है बाहर भेज दिया था देश से। ही वॉज ओनली ऑफ 24 ईयर एट दैट टाइम। और इसने 2 और अलग यूनियन संगठन बनाए थे। यंग इटली मार्साई में बनाया था, यंग यूरोप भी बनाया था जो बर्न में इन्होंने बनाने का काम किया था। अब इनका मानना था कि जो कुछ भी गिवन है या जो कुछ भी चीजें हैं वो सारी की सारी गॉड द्वारा गिवन है, गॉड गिफ्टेड है, इसलिए ह्यूमन बीइंग का उसके ऊपर किसी तरीके का कोई कंट्रोल नहीं होना चाहिए। ये इटली का यूनिफिकेशन चाहने वाला था। कौन? जुप्से मेजिनी। और क्या है? मेजिनी विव्ड द नेशन टू बी नेसेसरी फॉर द ह्यूमैनिटी, यानी नेशन को ह्यूमैनिटी के लिए काम करना चाहिए। इंस्पायर्ड द अदर सीक्रेट सोसाइटी, जर्मनी, फ्रांस, स्विट्जरलैंड, पोलैंड, अलग अलग हिस्सों पर उनको इंस्पायर किया। जिप्से मेजिनी ज्वाइंड वन सच सोसाइटी ऑफ कार्बोनेरी ग्रुप, उसने ज्वाइन कर ली थी। और यंग इटली जो मैंने अभी बताया ही है और यंग यूरोप दोनों इसने बनाई थी। और कंजर्वेटिज्म के खिलाफ इसने फाइट किया था अपने आप को। और ड्यूक मेटरनिक जो ऑस्ट्रिया के चांसलर थे उन्होंने मेजिनी के लिए एक शब्द बोला था, द मोस्ट डेंजरस एनिमी ऑफ आवर सोशल ऑर्डर, यानी जो हमारी सामाजिक व्यवस्था है उसका सबसे बड़ा दुश्मन जो है जुप्से मेजिनी को माना था ड्यूक मेटरनिक ने। बात करेंगे हम द रिवोल्यूशन ऑफ 1830 टू 1848। रोमांटिक इमेजिनेशन एंड द नेशनल फीलिंग है यहाँ, हंगर है, हार्डशिप एंड पॉपुलर रिवोल्ट भी है यहाँ, एंड द रिवोल्ट ऑफ लिबरल 1848 में हुआ था, उसके बारे में भी यहाँ डिस्कस करेंगे। जो फर्स्ट रिवोल्ट हुआ है वो जुलाई में हुआ है 1830 में। बुर्बो डायनेस्टी का जो राजा था उसको 1815 के बाद क्या कर दिया गया था? राजा बना दिया गया था। किसने बनाया था? ड्यूक मेटरनिक ने बनाया था और दूसरी 4 कंट्रीज थी उन्होंने बनाया था उसको। अब दोबारा से रिवोल्यूशनरी ने उसको वहां से हटा दिया। 1830s की बात हम यहाँ कर रहे हैं। तो 1815 में जब उसको वहां से रिमूव कर दिया गया तो कॉन्स्टिट्यूशनल मोनार्क जो है इंस्टॉल किया गया, लुई फिलिप्स को उसको कॉन्स्टिट्यूशनल मोनार्क का हेड बनाया गया। इसके बीच में ड्यूक मेटरनिक ने फिर एक स्टेटमेंट दी थी फ्रांस से रिलेटेड, व्हेन फ्रांस स्नीज द रेस्ट यूरोप कैचेज कोल्ड, यानी जब फ्रांस को छींक भी आती है तो पूरे यूरोप को कोल्ड हो जाता है। इसका मतलब ये था फ्रांस को जो मतलब छेड़खानी करेगा, अटैक करेगा तो पूरा यूरोप उसका भुगतान करेगा। जुलाई जो रिवोल्यूशन था उसके बाद ब्रसेल में भी जो है रिवोल्ट हो गया, विद्रोह हो गया और यूनाइटेड किंगडम ऑफ द नीदरलैंड से वो अलग हो गया। यूनाइटेड किंगडम ऑफ द नीदरलैंड से अलग क्या हो गया? ब्रसेल यूनाइटेड किंगडम ऑफ नीदरलैंड से अलग हो गया। और इस इवेंट की वजह से जो है नेशनलिज्म की फीलिंग पूरे यूरोप में फैल गई। ग्रीक जो है एक कंट्री है, उसने भी अपने आप को जो है अपने आप को फ्री करने के लिए जो है कोशिश करनी जो है उसने स्टार्ट कर दी थी। जो 15वीं सेंचुरी थी, 15th सेंचुरी से जो है ओटोमन एम्पायर का जो पार्ट था, यानी 15th सेंचुरी से ही ओटोमन एम्पायर का पार्ट था ग्रीक। 1828 के स्टार्टिंग से ही उन्होंने जो है रिवोल्ट या स्ट्रगल स्टार्ट कर दिया था। किसके लिए? फ्रीडम के लिए। आगे लिखा है, द नेशनलिस्ट इन ग्रीक गॉट सपोर्ट फ्रॉम द अदर्स ग्रीक्स लिविंग इन एक्साइल एंड ऑल्सो मैनी वेस्ट यूरोपियन हैड द सिंपैथी फॉर द एनिसेंट ग्रीक कल्चर, यानी यूरोप के दूसरे हिस्सों से भी उनको सहानुभूति मिली और लोगों ने उनके साथ काम करना स्टार्ट कर दिया। इसके अंदर एक बड़ा रोचक एग्जाम्पल है यहाँ पे, जो पोइट थे, आर्टिस्ट थे, उन सभी ने जो है उसका के लिए काम करना स्टार्ट कर दिया। एक ब्रिटिशर थे लॉर्ड बायरन, उन्होंने जो है धन इकट्ठा किया, मनी कलेक्शन की और वो सारी की सारी युद्ध में लगा दी और 1824 में जो है फीवर की वजह से उनकी डेथ हो गई थी। और लास्ट में आके जो है द ट्रीटी ऑफ
कॉन्स्टेंटिनोपल ऑफ 1832 के अकॉर्डिंग ग्रीक यानी ग्रीस को इंडिपेंडेंट नेशन डिक्लेयर कर दिया। स्टूडेंट्स, इट वाज ऑल ओवर अबाउट दिस लेक्चर। अप टू 13 पेज you have to read out. If is there any doubt, any problem, you can discuss me. Thank you. Have a nice day. Hello students, in our last class we have completed the topic cube. Today we are going to start our next topic, that is dice. A dice is a three-dimensional figure with 6 surfaces. It may be in the form of a cube or a cuboid. This is the dice and you can see there are total 6 surfaces. Front surface is ABCD, and back surface is EFGH, and these will lie opposite to each other. Then top surface is ADHE, bottom surface is BCGF. So these will also lie opposite to each other. Left surface is ABFE, right surface will be DCGH. So these left and right will also lie opposite to each other. So there are total 6 surfaces in a dice, and your next concept is about dice formation. A dice is formed by folding a sheet of paper. These forms may be, you can see class, a dice can be formed by folding a sheet of paper, and these folds or forms can be first form. In this form, 2 will lie opposite to the 4, 3 will lie opposite to the 5, and 1 will lie opposite to the 6. So this is the first form which can be used to design a dice by folding a sheet of paper. Second form is like this. In this, 1 will lie opposite to the 3, 2 will lie opposite to the 5, and 4 will lie opposite to the 6. Next form is 1 will lie opposite to the 4, 3 will lie opposite to the 6, 2 will lie opposite to the 5. You can see in these forms the adjacent sides will be opposite to each other. Next form is 1 will lie opposite to the 5, 3 will lie opposite to the 6, and 2 will lie opposite to the 4. Next form is 1 will lie opposite to the 4, 3 will lie opposite to the 5, and 2 will lie opposite to the 6. So these are the forms which can be used to design a dice by folding a sheet of paper. How question will come? Let's see one question related to this topic. Question is, choose the cube which will be formed on folding the question figure. In question, this is the figure which is given, and we have to choose out the cube which is formed by using this figure. See class, O will lie opposite to the L, K will lie opposite to the M, T will lie opposite to the U. And in first cube, TKL. So only T is given, its opposite is U, that is not given. K is given, its opposite is M, not given. L is given, its opposite O is not given. So option A will come, and you can see the next option. See class, MLK. As you can say, the M is the opposite of K, but in option B, M is given in the adjacent side of K. In C option, T is the adjacent of U, but they lies opposite to each other because T opposite is U, but they are giving adjacently. In D option also, O and L are given adjacently, but these are in opposite to each other. So option A will come. So this is the question related to this concept. So these questions, such kind of questions we will cover in this concept. In next class we will discuss more concept and more questions. For today it is sufficient. Thank you class. हेलो स्टूडेंट्स, बेटा कल हमने कर्मवाच्य के बारे में पढ़ा था कि कर्मवाच्य के बारे में महत्वपूर्ण तथ्य क्या है, महत्वपूर्ण बातें क्या हैं, कैसे आप पहचानोगे, कैसे ध्यान रखोगे कि ये कर्मवाच्य है। क्या पढ़ा था? कर्मवाच्य केवल, कर्मवाच्य में क्या होता है, सकर्मक क्रिया होती है, ठीक है, सकर्मक क्रियाओं से ही कर्मवाच्य बनता है। कर्मवाच्य की क्रिया के लिंग व वचन कर्म के अनुसार ही होते हैं, वो कर्ता के अनुसार
नहीं होते, ठीक है। और जो मुख्य क्रिया होती है हमारी, ठीक है, उसके साथ तो और भी क्रियाएं, सहायक क्रियाएं, रंजक क्रियाएं लगी होती हैं, लेकिन जो मुख्य क्रिया होती है वो हमेशा भूतकाल में होती है। कर्मवाच्य में कर्ता के साथ करण कारक के विभक्ति चिन्ह से या के द्वारा का प्रयोग होता है, ठीक है। क्रिया के एक से अधिक पद होते हैं और जो जाना है वो क्रिया का रंजक क्रिया के रूप में प्रयोग किया जाता है, ठीक है। वैसे तो जाना क्रिया है, लेकिन कर्मवाच्य में जाना क्रिया का रंजक क्रिया के रूप में हम प्रयोग किया जाता है। आज हम पढ़ेंगे भाववाच्य। जिस वाक्य में कर्ता की अथवा कर्म की प्रधानता न होकर अकर्मक क्रिया का भाव प्रधान रहता है उसे भाववाच्य कहते हैं, ठीक है। देखो भाववाच्य में क्या होता है बेटा, न तो हमारी जो क्रिया है वो कर्ता के अनुसार होती और न ही कर्म के अनुसार होती। क्या है, एक तो इसमें अकर्मक क्रिया का जो भाव है वो मुख्य होता है, ठीक है। अकर्मक क्रिया हमेशा मुख्य होती है भाववाच्य में, ठीक है। और जो वाक्य होते हैं ये हमेशा पुल्लिंग में होते हैं, एक वचन में होते हैं और क्रिया अकर्मक होती है, ठीक है। पुल्लिंग, एक वचन और अकर्मक। जैसे यहाँ पर देखो कुछ उदाहरण दिए हुए हैं। मुझसे दौड़ा नहीं जाता, पक्षियों से उड़ा नहीं जाता, पंकज से हंसा, पक्षियों से उड़ा जाता है, पंकज से हंसा जाता है। अब अगर आप इस पे क्या, कौन, ये प्रश्न करके देखोगे तो आपको उत्तर नहीं मिलेगा, ठीक है। हंसना क्या हो गया, क्रिया। पंकज क्या हो गया, काम को करने वाला। एक भाव ही निकल कर आ रहा है, कर्म का आपको पता नहीं चल रहा। क्रिया क्या है, अकर्मक है। पंकज से हंसा जाता है यानी वो हंस सकता है, ठीक है। अब भाववाच्य के संबंध में महत्वपूर्ण बातें क्या क्या हैं। जो भाववाच्य में क्रिया है वो सदा पुल्लिंग, एक वचन तथा अन्य पुरुष की होती है। एक भाव निकल कर आता है बेटा, ये ध्यान रखना। भाववाच्य अकर्मक क्रिया का कर्मवाच्य जैसा रूप होता है, ठीक है। भाववाच्य है अकर्मक क्रिया का कर्मवाच्य जैसा रूप होता है। देखो कर्मवाच्य में तो क्रिया क्या थी, सकर्मक थी, लेकिन क्या है यहाँ पर अकर्मक क्रिया होगी, इसमें कर्म नहीं होगा, ठीक है। भाववाच्य की क्रिया से प्राय असमर्थता प्रकट होती है। जैसे मतलब कुछ ऐसा भाव निकल कर आता है कि वो उसे काम हो नहीं रहा या वो कर नहीं सकता। जैसे मैं तुम्हारे बिना नहीं रह सकता, इसकी मुख्य क्रिया अकर्मक होती है, इसमें कर्म होता ही नहीं, ठीक है। जब अकर्मक ही होगी तो कर्म कहाँ से होगा। अकर्मक क्रिया वही होती है जिन क्रियाओं के साथ कर्म नहीं होता, ठीक है। भाववाच्य की क्रिया के भी एक से अधिक पद होते हैं तथा जाना क्रिया का रंजक क्रिया के रूप में प्रयोग किया जाता है, ठीक है बेटा। इतना पढ़ लेना, नहीं समझ आए फिर पूछ लेना और अपने नोट्स जरूर बना लेना बेटा, ठीक है। धन्यवाद।